हाँ जी, ਸਾਰੇ ਹੀ ਫੇਸਬੁੱਕ ਪਰਿਵਾਰ ਜੋ ਜੁੜੇ ਹੋਏ ਹੋ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਪਾਂ ਗੱਲ ਕਰ ਰਹੇ ਸੀ ਉਸ ਕੌਮ ਦੇ ਯੋਧੇ ਦੀ ਜੋ ਪਿਤਾ ਦਸ਼ਮੇਸ਼ ਜੀ ਵੱਲੋਂ ਸਾਜਿਆ ਸੰਪੂਰਨ ਖਾਲਸਾ ਹੈ। ਆਜੋ ਗੁਰੂ ਪਾਤਸ਼ਾਹ ਜੀ ਦੇ ਬਾਰੇ ਇੱਕ ਨਜ਼ਮ ਕਹਿ ਕੇ ਅੱਗੇ ਤੁਰਦੇ ਹਾਂ। ਸ਼ਾਇਰ ਲਿਖਦਾ ਵੀ ਨੀਹਾਂ ਐਵੇਂ ਪੱਕੀਆਂ ਨਹੀਂ ਹੁੰਦੀਆਂ ਜੇ ਚਿਣੇ ਵਿੱਚ ਤੇਰੇ ਦੁਲਾਰੇ ਨਾ ਹੁੰਦੇ, ਸ਼ਿਵਾਲੇ ਤੇ ਮੰਦਰਾਂ 'ਚ ਵੱਜਦੇ ਨਾ ਛੈਣੇ ਜੇ ਰਣਜੀਤ ਜੇ ਵੱਜੇ ਨਗਾਰੇ ਨਾ ਹੁੰਦੇ, ਨਾ ਹਿੰਦੀ ਹੀ ਹੁੰਦੀ ਨਾ ਹਿੰਦੂ ਹੀ ਹੁੰਦੇ ਤੇ ਆ ਹਿੰਦੁਸਤਾਨੀ ਵੀ ਸਾਰੇ ਨਾ ਹੁੰਦੇ, ਭਾਰਤ ਦੇ ਚਿਹਰੇ ਤੇ ਲਾਲੀ ਨਾ ਹੁੰਦੀ ਜੇ ਭਾਰਤ ਉੱਤੋਂ ਲਾਲ ਵਾਰੇ ਨਾ ਹੁੰਦੇ। ਨਰ ਨਰ ਨਬੀਓਂ ਕੇ ਹੁੰਦੇ ਪੁਜਾਰੀ, ਨਾਰਾਇਣ ਦੇਵੀ ਦਿਦਾਰੇ ਨਾ ਹੁੰਦੇ, ਰੱਖਦੇ ਪੈ ਰੋਜੇ ਤੇ ਪੜ੍ਹਦੇ ਨਮਾਜ਼ਾਂ, ਖੀਰਾਂ ਦੇ ਖੁੱਲ੍ਹੇ ਭੰਡਾਰੇ ਨਾ ਹੁੰਦੇ, ਤੇਰੀ ਤੇਗ ਦਸ਼ਮੇਸ਼ ਜੇਕਰ ਨਾ ਲਿਸ਼ਕਦੀ, ਭਾਰਤ ਦੇ ਰੌਸ਼ਨ ਮਨਾਰੇ ਨਾ ਹੁੰਦੇ। ਸੱਚਮੁੱਚ ਕਹਿੰਦਾ ਬੰਦ ਸੂਬਾ ਸਰਹੰਦ ਕਦੇ ਤੌਬਾ ਨਾ ਕਰਦਾ, ਸੁਣੇ ਜੇ ਬੰਦਾ ਬਹਾਦਰ ਦੀ ਲਲਕਾਰੇ ਨਾ ਹੁੰਦੇ, ਸ਼ਸਤਰ ਧਰਮ ਨੂੰ ਬਚਾਉਂਦਾ ਨਾ ਕੋਈ, ਤੇਰੇ ਜੇ ਪੰਜੇ ਪਿਆਰੇ ਨਾ ਹੁੰਦੇ। ਇਹ ਸ਼ਾਇਰ ਨੇ ਜੋ ਨਜ਼ਮਾਂ ਲਿਖੀਆਂ ਨੇ ਬਾਕਮਾਲ ਨੇ। ਸੋ ਆਪਾਂ ਜੋ ਤੁਰ ਰਹੇ ਸੀ ਲੜੀ ਲੈ ਕੇ, ਸਮੁੱਚਾ ਖਾਲਸਾ ਇੱਕੋ ਥਾਂ ਤੇ ਜੇ ਇਕੱਠਾ ਹੋਇਆ ਦੇਖਣਾ ਹੋਵੇ ਉਹ ਬਾਬਾ ਬੰਦਾ ਸਿੰਘ ਬਹਾਦਰ ਨੂੰ ਦੇਖ ਸਕਦੇ ਹੋ। ਸੰਤ ਸਿਪਾਹੀ, ਰਾਜ ਜੋਗੀ, ਤਿਆਗ ਦੀ ਮੂਰਤ, ਇਨਸਾਫ ਦਾ ਦੇਵਤਾ। ਉਹ ਇੱਕ ਇਹੋ ਜਿਹੀ ਗੁੰਝਲਦਾਰ ਬੁਝਾਰਤ ਹੈ ਇਤਿਹਾਸ ਦੀ, ਜਦੋਂ ਉਹਨੂੰ ਪੜ੍ਹਨ ਲੱਗਦੇ ਆ ਹੈਰਾਨ ਹੋ ਜਾਂਦੇ ਆ ਵੀ ਕੀ ਕੁਛ ਉਹਦੇ ਅੰਦਰ ਭਰਿਆ ਹੋਇਆ ਹੈ। ਜੇ ਉਹਨੂੰ ਰਣ ਦੇ ਵਿੱਚ ਦੇਖੀਏ ਜੂਝਦਾ ਤਾਂ ਲੱਗਦਾ ਵੀ ਕੋਹ ਕਾਪ ਦੇ ਪਹਾੜਾਂ ਨੂੰ ਵੀ ਚੀਰ ਕੇ ਸੱਟ ਦੂ। ਜੇ ਅਸਵਾਰੀ ਕਰਦੇ ਨੂੰ ਦੇਖਦੇ ਆ ਤਾਂ ਲੱਗਦਾ ਕਿ ਘੋੜਾ ਬਣੇ ਇਹਦੇ ਲਈ ਆ, ਥੱਕਦਾ ਹੀ ਨਹੀਂ। ਤਲਵਾਰ ਦਾ ਧਨੀ, ਤੀਰ ਅੰਦਾਜ਼ ਬਾ ਕਮਾਲ। ਗੁਰੂ ਦਸ਼ਮੇਸ਼ ਪਿਤਾ ਵੀ ਅਸ਼ ਕਰ ਉੱਠੇ ਸੀ ਜਦੋਂ ਉਹਦੇ ਤੀਰ ਚਲਾਉਂਦੇ ਨੂੰ ਦੇਖਿਆ ਕਿ ਵਾਹ, ਵਾਕਿਆ ਹੀ ਜਦੋਂ ਰਾਜ ਕਰਨ ਦਾ ਸਮਾਂ ਆਇਆ ਇਨਸਾਫ ਇਹੋ ਜਿਹਾ ਕੀਤਾ ਕਿ ਲੋਕ ਰਹਿੰਦੀ ਦੁਨੀਆ ਤੱਕ, ਮਤਲਬ ਅੰਗਰੇਜ਼ ਜਿਹੜਾ ਰਾਜ 300 ਸਾਲਾਂ ਬਾਅਦ ਵੀ ਕਾਇਮ ਨਹੀਂ ਕਰ ਸਕੇ, ਰਜਵਾੜਾ ਸ਼ਾਹੀ ਖਾਸ ਕਰ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਖਤਮ ਨਹੀਂ ਕਰ ਸਕੇ ਹਿੰਦੁਸਤਾਨ 'ਚੋਂ। ਪੂਰਾ ਰਾਜ ਕਰਕੇ ਉਹ ਚਲੇ ਵੀ ਗਏ, ਪਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕੋ ਝਟਕੇ ਨਾਲ ਨਿਬੇੜਤਾ। ਉਹਦੇ ਜਦੋਂ ਸ਼ਹਾਦਤ ਦਾ ਸਮਾਂ ਆਇਆ ਤੇ ਸ਼ਹਾਦਤ ਵੀ ਇਹੋ ਜਿਹੀ ਦਿੱਤੀ ਕਿ ਦੁਨੀਆ ਮੂੰਹ 'ਚ ਉਂਗਲਾਂ ਲੈ ਕੇ ਖੜ ਗਈ। ਜਬਰ ਜ਼ੁਲਮ ਜੋ ਇੱਕ ਬਾਦਸ਼ਾਹ ਦੇ ਨਾਲ, ਹਾਰੇ ਹੋਏ ਬਾਦਸ਼ਾਹ ਦੇ ਨਾਲ ਇਹਨਾਂ ਨਾਲ ਹੋਇਆ, ਦੁਨੀਆ 'ਚ ਕਿਤੇ ਉਦਾਹਰਨ ਨਹੀਂ ਮਿਲਦੀ ਇਹੋ ਜਿਹੀ ਕਿ ਐਡਾ ਮਾੜਾ ਸਲੂਕ ਕੀਤਾ ਹੋ ਜਾ ਸਕਦਾ ਤੇ ਕੀਤਾ ਗਿਆ। ਸੋ ਆਓ ਗੱਲ ਕਰਦੇ ਹਾਂ ਉਸ ਸ਼ੇਰ ਦੀ, ਉਸ ਸ਼ੇਰ ਵੀ ਕੀ ਉਸ ਬੱਬਰ ਸ਼ੇਰ ਦੀ, ਕਿ ਕੀ ਕੁਛ ਇਹਦੇ ਨਾਲ ਵਾਪਰਿਆ। ਤੋ ਜਦੋਂ ਗ੍ਰਿਫਤਾਰ ਕੀਤਾ ਗਿਆ, ਮੈਂ ਤੁਹਾਨੂੰ ਦੱਸ ਚੁੱਕਿਆ ਕਿ ਜ਼ਕਰੀਆ ਖਾਨ ਦੀ ਡਿਊਟੀ ਲੱਗੀ ਕਿ ਦਿੱਲੀ ਵਿੱਚ ਪਹੁੰਚਾਇਆ ਜਾਵੇ। ਅਬਦੁਲ ਸਮਦ ਖਾਨ ਚਾਹੁੰਦਾ ਸੀ ਕਿ ਮੈਂ ਲੈ ਕੇ ਹਾਜ਼ਰ ਹੋਵਾਂ, ਪਰ ਉਹਨੂੰ ਕਿਸੇ ਕਾਰਨ ਕਰਕੇ ਫਰਖਸ਼ੀਰ ਨੇ ਕਹਿ ਦਿੱਤਾ ਕਿ ਨਹੀਂ, ਤੂੰ ਇੱਥੇ ਹੀ ਰਹਿ। ਇਹ ਜਦੋਂ ਲਾਹੌਰ ਦੇ ਕਿਲੇ ਵਿੱਚ ਬੰਦੀ ਸਿੰਘਾਂ ਨੂੰ ਲੈ ਕੇ ਕੈਦ ਕੀਤਾ ਗਿਆ ਲਾਹੌਰ ਦੇ ਕਿਲੇ ਵਿੱਚ, ਉਦੋਂ ਕੌਣ ਜਾਣਦਾ ਸੀ ਕਿ ਜਿਨ੍ਹਾਂ ਨੂੰ ਅੱਜ ਇਸ ਕਿਲੇ ਦੇ ਵਿੱਚ ਕੈਦ ਕੀਤਾ ਜਾ ਰਿਹਾ ਲਾਹੌਰ ਦੇ ਵਿੱਚ, ਕਦੇ ਇਸੇ ਕਿਲੇ ਦੇ ਬਾਦਸ਼ਾਹ ਬਣ ਕੇ ਇੱਥੇ ਨਿਸ਼ਾਨ ਚਲਾਉਣਗੇ। ਇਹ ਕੋਈ ਛੋਟੀ ਜਿਹੀ ਗੱਲ ਨਹੀਂ ਸੀ। ਕਦੇ ਜਿਨ੍ਹਾਂ ਦੇ ਸਿਰਾਂ ਦਾ, ਕਿਉਂਕਿ 3000 ਸਿਰ ਨੇਜਿਆਂ ਤੇ ਟੰਗ ਕੇ ਗਏ ਨੇ, ਬੰਦੀ ਬਣਾ ਕੇ ਸੰਗਲਾਂ 'ਚ ਨੋੜ ਕੇ ਲੈ ਗਏ ਨੇ, ਕੀ ਪਤਾ ਸੀ ਇਸੇ ਕਿਲੇ 'ਚੋਂ ਕਦੇ ਇਹਨਾਂ ਦੇ ਸ਼ਾਹੀ ਜਲੂਸ ਨਿਕਲਿਆ ਕਰਨਗੇ। ਯਾਦ ਰੱਖਿਓ, ਜਲੂਸ ਤੇ ਨਗਰ ਕੀਰਤਨ, ਇਹ ਜਲੂਸ ਦਾ ਨਾਂ ਬਦਲ ਕੇ ਨਗਰ ਕੀਰਤਨ ਕਰਤਾ, ਅਦਰਵਾਈਜ਼ ਇਹ ਜਲੂਸ ਹੁੰਦਾ। ਜਲੂਸ ਦਾ ਮਤਲਬ ਹੈ ਜਾਹੋ ਜਲਾਲ, ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ। ਅਸੀਂ ਤਾਂ ਅੱਜ ਇਹ ਸਾਬਤ ਕਰਤਾ ਨਾ, ਜੇ ਕਿਸੇ ਨੂੰ ਮਾੜਾ ਕਹਿਣਾ ਹੈ ਜਾਂ ਗਾਲ ਕੱਢਣੀ ਹੈ ਜਾਂ ਨੀਵਾਂ ਦਿਖਾਉਣਾ, ਕਹਿੰਦੇ ਕੱਢਤਾ ਜਲੂਸ ਉਹਦਾ, ਕਿਉਂਕਿ ਸਾਨੂੰ ਇਹੀ ਨਹੀਂ ਪਤਾ ਇਹਦਾ ਮੀਨਿੰਗ ਕੀ ਹੈ। ਇਹਦਾ ਮਤਲਬ ਹੈ, ਫਾਰਸੀ ਦਾ ਲਫ਼ਜ਼ ਹੈ ਜਾਹੋ ਜਲਾਲ। ਬਾਦਸ਼ਾਹਾਂ ਦੇ ਜਲੂਸ ਨਿਕਲਿਆ ਕਰਦੇ ਸੀ, ਆਪਣੀ ਤਾਕਤ ਦਾ ਮੁਜ਼ਾਹਰਾ ਬਾਦਸ਼ਾਹ ਕਰਦੇ ਸੀ, ਦਿਖਾਉਂਦੇ ਸੀ ਲੋਕਾਂ ਨੂੰ ਕਿ ਅਸੀਂ ਕੌਣ ਹਾਂ, ਅਸੀਂ ਕੀ ਹਾਂ, ਸਾਡੀ ਪਾਵਰ ਕਿੰਨੀ ਕੁ ਹੈ। ਅੰਗਰੇਜ਼ ਜਦੋਂ ਆਏ ਨੇ, ਜਦੋਂ ਅੰਗਰੇਜ਼ ਆਏ ਉਹ ਕਹਿੰਦੇ ਤੁਸੀਂ ਕੌਣ ਹੁੰਦੇ ਹੋ ਜਲੂਸ ਕੱਢਣ ਵਾਲੇ, ਤੁਸੀਂ ਕਾਹਦੀ ਤਾਕਤ ਪ੍ਰਦਰਸ਼ਨ ਕਰਨਾ, ਕਿਉਂਕਿ ਸਾਨੂੰ ਜਿੰਨਾ ਨੁਕਸਾਨ ਉਹਨਾਂ ਨੂੰ ਪਤਾ ਸੀ ਮਾਰਸ਼ਲ ਕੌਮ ਹੈ,
ਤੇ ਇਹ ਮਾਰਸ਼ਲ ਕੌਮ ਨੂੰ ਕਿਵੇਂ ਦਬਾਉਣਾ ਹੈ, ਕਿਵੇਂ ਇਹਨਾਂ ਨੂੰ ਕੰਟਰੋਲ ਕਰਨਾ, ਉਹਨਾਂ ਨੇ ਬਹੁਤ ਹੱਥਕੰਡੇ ਵਰਤੇ। ਸਾਨੂੰ ਹਥਿਆਰਾਂ ਤੋਂ ਖਤਮ ਕੀਤਾ ਗਿਆ, ਕਿਉਂਕਿ ਉਹਨਾਂ ਵੇਲਿਆਂ 'ਚ ਜਿਹੜੇ ਆਮ ਹਥਿਆਰ ਹੁੰਦੇ ਸੀ, 5-5 ਹਥਿਆਰ ਤਾਂ, ਕਿਉਂਕਿ ਸਿੱਖ ਫੌਜੀ ਤਾਜ਼ਾ ਤਾਂ ਲੜ ਕੇ ਹਟੇ ਸੀ, ਹਥਿਆਰ ਅੰਦਰੋਂ ਥੋੜ੍ਹੀ ਗਏ ਤੇ ਰੱਖਦੇ ਸੀ। ਕਾਨੂੰਨ ਬਣਾਏ ਗਏ ਕਿ ਤੁਸੀਂ ਹਥਿਆਰ ਨਹੀਂ ਰੱਖ ਸਕਦੇ। ਬਹੁਤ ਢੰਗ ਦੇ ਨਾਲ ਖਤਮ ਕੀਤਾ ਗਿਆ। ਤੇ ਜਲੂਸ ਤੇ ਜਦੋਂ ਪਾਬੰਦੀ ਲਾਈ ਤਾਂ ਬਹੁਤ ਸਾਰਾ ਢੰਗ ਤਰੀਕਾ ਫਿਰ ਆਹ ਸੰਤਾਂ ਨੂੰ ਸਾਡੇ ਅੰਦਰ ਇੰਜੈਕਟ ਕਰਕੇ ਫਿਰ ਕਿਹਾ ਜੀ ਠੀਕ ਹੈ, ਜੇ ਅਸੀਂ ਜਲੂਸ ਨਹੀਂ ਕੱਢ ਸਕਦੇ ਜੀ ਫਿਰ ਨਗਰ ਕੀਰਤਨ ਕਰ ਸਕਦੇ ਹਾਂ। ਤਾਂ ਨਗਰ ਕੀਰਤਨ ਦਾ ਮੀਨਿੰਗ ਕੀ ਸੀ? ਜਲੂਸ ਤਾਂ ਇਹ ਹੈ ਕਿ ਤਕਰੀਰਾਂ ਕਰਦੇ ਸੀ ਸਾਡੇ ਲੀਡਰ ਕੌਮ ਨੂੰ ਜਗਾਉਣ ਲਈ, ਲੈਕਚਰ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ। ਤੇ ਨਗਰ ਕੀਰਤਨ 'ਚ ਫਿਰ ਇਹ ਹੋਇਆ ਕਿ ਜੇ ਅਸੀਂ ਕੀਰਤਨ ਕਰਿਆ ਕਰਾਂਗੇ, ਢੋਲਕੀਆਂ ਛੈਣੇ ਵਜਾ ਲਿਆ ਕਰਾਂਗੇ, ਹੋਰ ਕੁਝ ਨਹੀਂ ਕਰਦੇ, ਕਹਿੰਦੇ ਚਲੋ ਕਰ ਲਿਆ ਕਰੋ। ਇਹ ਫਰਕ ਹੁੰਦਾ ਆਜ਼ਾਦ ਕੌਮ ਤੇ ਗੁਲਾਮ ਕੌਮ ਦਾ। ਸੋ ਖੈਰ ਅੰਗਰੇਜ਼ਾਂ ਤੱਕ ਵੀ ਆਪਾਂ ਆਉਣਾ ਹੈ, ਕਿਉਂਕਿ ਹਮ ਤੋਂ ਅਕੇਲੇ ਹੀ ਚਲੇ ਹੈ ਮੰਜ਼ਿਲ ਕੀ ਜਾਨਿਬ, ਹਮ ਸਫ਼ਰ ਮਿਲਤੇ ਗਏ ਔਰ ਕਾਰਵਾਂ ਬਣਤਾ ਗਿਆ। ਕਾਰਵਾਂ ਚੱਲ ਰਿਹਾ, ਦੇਖਦੇ ਹਾਂ ਕਿੱਥੇ ਤੱਕ ਪਹੁੰਚਿਆ ਜਾਂਦਾ। ਸੋ ਆਓ ਉਸ ਯੋਧੇ ਦੀ ਗੱਲ ਕਰੀਏ, ਕਈ ਵਾਰੀ ਗੱਲਾਂ ਕਰਦੇ ਉਹ ਨਾ ਰਹਿ ਜੇ। ਸੋ ਦਿੱਲੀ ਦੇ ਵਿੱਚ ਜਦੋਂ ਇਹਨਾਂ ਨੂੰ ਲੈ ਕੇ ਗਏ ਨੇ, 3000 ਸੀਸ ਨੇਜਿਆਂ 'ਤੇ ਟੰਗਿਆ ਹੋਇਆ। ਇਹਨਾਂ ਦੀ ਬਹਾਦਰੀ ਬਾਰੇ ਕਾਫੀ ਖਾਨ ਲਿਖਦਾ, ਜਿਹੜਾ ਲੋਹਗੜ੍ਹ ਦੀ ਲੜਾਈ ਦੇ ਵਿੱਚ ਨਾਲ ਸੀ। ਗੁਰਦਾਸ ਨੰਗਲ ਦੀ ਤੇ ਬਾਅਦ ਦੀ ਗੱਲ ਹੈ, ਪਰ ਲੋਹਗੜ੍ਹ ਦੀ ਲੜਾਈ ਦਾ ਉਹ ਹਾਲ ਵਰਣਨ ਕਰਦਾ ਹੋਇਆ ਲਿਖਦਾ, ਕਹਿੰਦਾ ਇਹ ਜਹੰਨਮੀ ਨਰਕੀ ਲੋਕ, ਇਹ ਸਿੱਖ, ਇਹ ਮਰਦੂਦ, ਇਹ ਕਹਿੰਦਾ ਖਾਈਆਂ ਦੇ ਵਿੱਚੋਂ, ਜੰਗਲ ਪਹਾੜੀ ਟਾਈਪ ਦੇ ਵਿੱਚੋਂ ਨਿਕਲ ਕੇ ਕਹਿੰਦਾ ਇੰਨੀ ਬਹਾਦਰੀ ਨਾਲ ਜੂਝਦੇ ਨੇ ਕਿ ਗਾਜੀਆਂ ਦੇ ਸੱਥਰ ਵਿਛਾ ਦਿੰਦੇ ਨੇ, ਬੇਅੰਤ ਗਾਜੀਆਂ ਨੂੰ ਸ਼ਹੀਦ ਕਰਕੇ ਫੇਰ ਨਰਕਾਂ ਨੂੰ ਜਾਂਦੇ ਨੇ, ਕਿਉਂਕਿ ਉਹ ਆਪਦਿਆਂ ਨੂੰ ਸ਼ਹੀਦ ਲਿਖੂ, ਸਾਨੂੰ ਤਾਂ ਨਰਕੀ ਉਹ ਲਿਖੂਗਾ। ਤੇ ਜਿਹੜੀ ਮੇਨ ਗੱਲ ਉਹ ਲਿਖਦਾ, ਕਹਿੰਦਾ ਜੇ ਕਿਤੇ ਸਾਡੀ ਫੌਜ ਦੇ ਵਿੱਚ 500 ਤੋਂ 1000 ਬੰਦਾ ਵੀ ਇਹਨਾਂ ਵਰਗਾ ਹੁੰਦਾ ਨਾ ਲੜਨ ਵਾਲਾ, ਅਸੀਂ ਕਹਿੰਦਾ ਦੁਨੀਆ ਫਤਿਹ ਕਰ ਲਾਂਦੇ। ਹੁਣ ਅੰਦਾਜ਼ਾ ਲਾ ਲਿਓ ਕਿੱਡੀ ਕੁ ਬਹਾਦਰੀ ਦੇਖੀ ਹੋਊਗੀ ਉਹਨੇ, ਜਿਹੜਾ ਇੱਕ ਦੁਸ਼ਮਣ ਦਾ ਬੰਦਾ ਇਹ ਖੁਦਾ ਅੱਗੇ ਮੰਗ ਕਰ ਰਿਹਾ ਕਿ ਇਹੋ ਜਿਹੇ 1000-1500 ਜੇ ਸਾਡੇ ਕੋਲੇ ਹੁੰਦੇ, ਅਸੀਂ ਕੀ ਨਾ ਕਰ ਦਿੰਦੇ। ਸੋ ਇਹੋ ਜਿਹੇ ਯੋਧਿਆਂ ਦਾ 3000 ਦਾ ਸੀਸ ਕੱਟਿਆ ਹੋਇਆ, 700 ਗੱਡੇ ਸਿਰਾਂ ਦੇ ਭਰੇ ਹੋਏ, ਕਿਉਂਕਿ ਜ਼ਕਰੀਆ ਖਾਨ ਨੇ ਫੌਜਾਂ ਚਾੜਤੀਆਂ ਸੀ ਪਿੰਡਾਂ ਤੋਂ, ਜੋ ਨਾਨਕ ਨਾਮ ਮਿਲਦਾ ਚੱਕ ਲਿਓ, ਕੋਈ ਨਾ ਛੱਡੋ, ਜਿਉਂਦਾ ਫੜਿਆ ਗਿਆ ਫੜ ਲਓ, ਨਹੀਂ ਸਿਰ ਵੱਢ ਲਿਓ, ਜੋ ਹੁੰਦਾ ਕਰ ਦਿਓ, ਘਰ ਘਾਟ ਲੁੱਟ ਲਓ, ਸਭ ਮਾਫ ਨੇ, ਸਾਨੂੰ ਤਾਂ ਸਿਰ ਚਾਹੀਦੇ ਨੇ। ਸੋ ਜਿਹਨੂੰ ਸਮੇਂ ਸਿਰ ਮੌਕਾ ਮਿਲਿਆ ਜਾਂ ਤਾਂ ਸਭ ਕੁਝ ਛੱਡ ਛੜਾ ਕੇ ਭੱਜ ਗਿਆ, ਜੇ ਭੱਜਣ ਦਾ ਮੌਕਾ ਨਾ ਮਿਲਿਆ ਤਾਂ ਤੇਗ ਧੂ ਕੇ ਟਾਕਰਾ ਕੀਤਾ, ਸ਼ਹੀਦ ਹੋ ਗਿਆ, ਹਾਹਾਕਾਰ ਮਚ ਗਈ। ਤਾਂ ਫਿਰ ਵੀ ਟੋਟਲ ਗਿਣਤੀ ਗ੍ਰਿਫਤਾਰ ਕੀਤਿਆਂ ਦੀ ਗੁਰਦਾਸ ਨੰਗਲ ਦੀ ਗੜੀ ਵਿੱਚੋਂ ਅਤੇ ਪਿੰਡਾਂ 'ਚੋਂ ਜਿਹੜੇ ਫੜੇ ਨੇ ਬਾਬਾ ਬੰਦਾ ਸਿੰਘ ਬਹਾਦਰ ਤੇ ਯੋਧੇ, ਕਿਉਂਕਿ ਲੜਕੇ ਹੋਈ ਸ਼ਹੀਦ ਹੋਏ ਨੇ, ਤਾਂ ਸਿਰਫ 740, ਜਿਨ੍ਹਾਂ ਵਿੱਚ ਬੇਦੋਸ਼ੇ ਬੱਚੇ ਬੀਬੀਆਂ ਵੱਡੀ ਗਿਣਤੀ 'ਚ ਨੇ। ਪਰ ਹੈਰਾਨੀ ਦੀ ਗੱਲ ਹੈ, ਘਬਰਾਹਟ ਕਿਸੇ ਦੇ ਵੀ ਨਹੀਂ। ਉਹ ਕਹਿੰਦਾ ਮੁਹੰਮਦ ਹਾਰੀਸੀ ਲਿਖਦਾ, ਇਬਰਤਨਾਮਾ ਦਾ ਕਰਤਾ, ਉਹ ਕਹਿੰਦਾ ਜਦੋਂ ਦਿੱਲੀ ਦੇ ਅੰਦਰ ਦਾਖਲ ਹੋਇਆ ਇਹ ਜਲੂਸ, ਕਹਿੰਦਾ ਦਿੱਲੀ 'ਚੋਂ ਇਹੋ ਜਿਹਾ ਕੋਈ ਵੀ ਬੰਦਾ ਨਹੀਂ ਸੀ ਜਿਹੜਾ ਇਸ ਜਲੂਸ ਨੂੰ ਦੇਖਣ ਨਾ ਆਇਆ ਹੋਵੇ, ਕਿਉਂਕਿ ਜਿਹਨੇ ਮੁਗਲ ਸ਼ਾਹੀ ਨੂੰ ਵਕਤ ਪਾ ਕੇ ਰੱਖਿਆ ਸੀ ਨਾ ਦੇਖਣ, ਉਸ ਜਵਾਨ ਨੂੰ ਸਭ ਲੋਕੀ ਆਏ। ਉਸ ਯੋਧੇ ਨੂੰ ਦੇਖਣ ਲਈ ਦੁਨੀਆ ਉਮੜ ਕੇ ਪੈ ਗਈ। ਕੋਠਿਆਂ 'ਤੇ ਖੜ੍ਹੇ ਨੇ ਲੋਕ, ਸੜਕਾਂ ਦੇ ਰਾਹਾਂ 'ਚ ਖੜ੍ਹੇ ਨੇ, ਬੱਟੇ ਪੱਥਰ ਮਾਰਦੇ ਨੇ ਕੈਦੀ ਸਿੱਖਾਂ ਨੂੰ, ਗਾਲਾਂ ਕੱਢਦੇ ਨੇ, ਮਨ ਦਾ ਗਵਾਰ ਕੱਢ ਰਹੇ ਨੇ। ਇੱਕ ਉਹਨਾਂ ਦਾ ਇਤਿਹਾਸਕਾਰ ਲਿਖ ਰਿਹਾ, ਮੈਂ ਆਪਦੇ ਲਵੋਂ ਨਹੀਂ ਕਹਿ ਰਿਹਾ, ਪਰ ਕਹਿੰਦਾ ਮਰਦੂਦ ਸਿੱਖ ਉਹ ਵੀ ਕਹਿੰਦਾ ਬੜੇ ਖੁਸ਼ ਦਿੰਦੇ ਸੀ, ਬਾਣੀ ਪੜ੍ਹਦੇ ਜਾ ਰਹੇ ਤੇ। ਕਮਾਲ ਦੀ ਗੱਲ ਹੈ, ਕਿਹੋ ਜਿਹੀ ਮਿੱਟੀ ਦੇ ਸਿੱਖ ਸੀ ਉਹ। ਉਹ ਕਹਿੰਦਾ ਬਾਣੀ ਪੜ੍ਹਦੇ ਜਾ ਰਹੇ ਨੇ, ਜੇ ਕੋਈ ਉਹਨਾਂ ਨੂੰ ਪੁੱਛਦਾ ਕਿ ਹੁਣ ਤੁਸੀਂ ਮਾਰੇ ਜਾਓਗੇ ਤਾਂ ਅੱਗੋਂ ਜਵਾਬ ਦਿੰਦੇ ਮਰਨ ਤੋਂ ਕੌਣ ਡਰਦਾ ਹੈ। ਉਹ ਕਹਿੰਦੇ ਹੁਣ ਤੁਸੀਂ ਹਾਰ ਗਏ, ਫੜੇ ਗਏ, ਤੁਹਾਨੂੰ ਪਤਾ ਨਹੀਂ ਮਾਰੇ ਜਾਓਗੇ। ਉਹ ਕਹਿੰਦੇ ਪਤਾ ਹੈ, ਜੇ ਮਰਨ ਤੋਂ ਡਰਦੇ ਹੁੰਦੇ ਤਾਂ ਤੁਹਾਡੇ ਨਾਲ ਇੰਨੀਆਂ ਜੰਗਾਂ ਕਿਵੇਂ ਕਰਦੇ, ਤਾਂ ਤੁਹਾਡੇ ਨਾਲ ਲੜਦੇ ਕਿਵੇਂ। ਉਹ ਕਹਿੰਦੇ ਹਾਰੇ ਕਿਉਂ, ਕਹਿੰਦੇ ਕਿਸਮਤ ਦੀਆਂ ਖੇਡਾਂ ਨੇ, ਕਿੱਡੀ ਗੱਲ ਹੈ। ਮਤਲਬ ਇਹੋ ਜਿਹੇ ਜਵਾਬ ਚੜ੍ਹਦੀ ਕਲਾ ਨਾਲ ਦੇ ਰਹੇ ਨੇ, ਘਬਰਾਹਟ ਹੈ ਹੀ ਨਹੀਂ। ਮੈਂ ਤੁਹਾਨੂੰ ਦੱਸਿਆ ਸੀ ਊਠਾਂ 'ਤੇ ਬੰਨੇ ਹੋਏ ਨੇ, ਇੱਕ ਦਾ ਮੂੰਹ ਅੱਗੇ ਇੱਕ ਦਾ ਪਿੱਛੇ, ਪਿੱਠਾਂ ਆਪਸ 'ਚ ਜੋੜ ਕੇ ਈਸਾ ਵਾਂਗੂ ਵਿਚਾਲੇ ਲੱਕੜ ਦੀ ਰੌੜ ਰੱਖ ਕੇ ਹੱਥ ਉਹਨਾਂ ਨਾਲ ਬੰਨੇ ਹੋਏ ਨੇ ਸਿੱਧੇ ਕਰਕੇ। ਸੋ ਸੂਰਮੇ ਜਾ ਰਹੇ ਨੇ। ਬਾਬਾ ਬੰਦਾ ਸਿੰਘ ਬਹਾਦਰ, ਕਿਉਂਕਿ ਇਹਦੀ ਦਹਿਸ਼ਤ ਫੈਲੀ ਹੋਈ ਸੀ ਕਿ ਇਹ ਜਾਦੂਗਰ ਹੈ,
ਤੇ ਮੁਗਲ ਇਹਨਾਂ ਕਾਲੇ ਕੂਲੇ ਇਲਮਾਂ ਨੂੰ ਬਹੁਤ ਮੰਨਦੇ ਨੇ। ਤੁਸੀਂ ਗੁਰਬਾਣੀ ਵਿੱਚ ਵੀ ਦੇਖ ਸਕਦੇ ਹੋ, ਜਦੋਂ ਆਪਣਾ ਬਾਬਰ ਚੜ੍ਹ ਕੇ ਆਇਆ, ਗੁਰੂ ਪਾਤਸ਼ਾਹ ਨੇ ਲਿਖਿਆ ਬਾਬਰ ਬਾਣੀ ਦੇ ਵਿੱਚ ਕਿ ਉਹਨਾਂ ਨੇ ਸੋਚਿਆ ਸੀ ਅਸੀਂ ਇਲਮ ਕਰਕੇ ਉਹਨਾਂ ਦੀਆਂ ਫੌਜਾਂ ਨੂੰ ਬਾਬਰ ਦਿਆਂ ਨੂੰ ਅੰਨੀਆਂ ਕਰ ਦੇਵਾਂਗੇ। ਤਾਂ ਗੁਰ ਹਜ਼ੂਰ ਲਿਖਦੇ ਨੇ ਕੋਈ ਮੁਗਲ ਨਾ ਹੋਆ ਅੰਦਾ ਕਿਹਨੇ ਨਾ ਪਰਚਾ ਲਾਇਆ। ਪਰ ਗੱਲ ਇਹ ਹੈ ਕਿ ਉਹ ਇਹਨਾਂ ਚੀਜ਼ਾਂ ਨੂੰ ਡਰਦੇ ਨੇ। ਬੰਦਾ ਸਿੰਘ ਬਹਾਦਰ ਦੀ ਦਹਿਸ਼ਤ ਬੈਠੀ ਹੋਈ ਸੀ ਸਿੱਖਾਂ ਨੂੰ, ਔਰ ਬਾਬਾ ਬੰਦਾ ਸਿੰਘ ਬਹਾਦਰ ਨੂੰ ਇਸ ਚੀਜ਼ ਦਾ ਫਾਇਦਾ ਸੀ ਕਿ ਦੁਸ਼ਮਣ ਤੇ ਦਬਦਬਾ ਬੈਠਿਆ ਹੋਏ। ਪਰ ਹੁਣ ਉਹੀ ਦਬਦਬਾ ਨੁਕਸਾਨ ਕਰ ਰਹੇ, ਕਿਉਂਕਿ ਉਹਨਾਂ ਨੂੰ ਇਹ ਸੀ ਕਿ ਇਹ ਹੈ ਤਾਂ ਜਾਦੂਗਰ। ਖਾਣਾ ਪੀਣਾ ਕੁਛ ਨਹੀਂ ਦਿੱਤਾ ਗਿਆ, ਭੁੱਖ ਨਾਲ ਇੰਨੇ ਕੁ ਨਿਢਾਲ ਕੀਤੇ ਹੋਏ ਨੇ ਕਿ ਹਿੱਲ ਬਣਾ ਸਕੇ ਉਹ ਭੁੱਖਾ, ਕਿਉਂਕਿ 8 ਮਹੀਨਿਆਂ ਦਾ ਪਹਿਲਾਂ ਘੇਰਾ ਤੇ ਹੁਣ ਜਿੱਦਣ ਦਾ ਕੈਦ ਹੈ ਕੁਛ ਨਹੀਂ ਦਿੱਤਾ। ਪਾਣੀ ਵੀ ਨੂਨ ਵਾਲਾ ਪਾਣੀ ਪੀਣ ਨੂੰ ਦਿੱਤਾ ਜਾਂਦਾ, ਵੀ ਬਸ ਸਾਹ ਚੱਲਦੇ ਰਹਿਣ ਤੇਰੇ, ਹੋਰ ਕੁਛ ਨਹੀਂ ਹੈ, ਸਿਰਫ ਨੂਨ ਵਾਲਾ ਪਾਣੀ। ਗਲ 'ਚ ਤੌਕ, ਲੱਕ ਨਾਲ ਮੋਟਾ ਸੰਗਲ, ਪੈਰਾਂ ਦੇ ਵਿੱਚ ਬੇੜੀਆਂ, ਹੱਥਾਂ 'ਚ ਹੱਥਕੜੀਆਂ, ਪਿੰਜਰੇ ਦੇ ਵਿੱਚ ਕੈਦ। ਪਿੰਜਰੇ ਤੋਂ ਬਾਹਰ ਸੰਗਲਾਂ ਦੇ 2 ਸਿਰੇ ਕੱਢੇ ਹੋਏ ਨੇ, ਦੋਨਾਂ ਸਿਰਿਆਂ ਨੂੰ ਇੱਕ ਇੱਕ ਮੁਗਲ ਆਫੀਸਰ ਨੇ ਫੜਿਆ ਹੋਇਆ, ਜਿਹਦੇ ਹੱਥ 'ਚ ਨੰਗੀਆਂ ਤਲਵਾਰਾਂ ਨੇ। ਉਹਨਾਂ ਨੂੰ ਇਹ ਹੁਕਮ ਹੈ, ਜੇ ਪਿੰਜਰਾ ਲੈ ਕੇ ਉੱਡਣ ਦੀ ਕੋਸ਼ਿਸ਼ ਕਰੇ, ਦਹਿਸ਼ਤ ਦੇਖ ਲਓ, ਜੇ ਪਿੰਜਰਾ ਲੈ ਕੇ ਉੱਡਣ ਦੀ ਕੋਸ਼ਿਸ਼ ਕਰੇ ਤਲਵਾਰਾਂ ਢਿੱਡ 'ਚ ਲੰਘਾ ਦਿਓ, ਮਾਰ ਦਿਓ, ਇੱਥੇ ਇਹ ਭੱਜੂਗਾ। ਉਹ ਦੋਏ ਅਫਸਰ ਵੀ ਡਰੇ ਖੜੇ ਨੇ ਵੀ ਪਤਾ ਨਹੀਂ ਕਦੋਂ ਕੀ ਕਰ ਦੂ। ਇਹਨੂੰ ਕਹਿੰਦੇ ਨੇ ਦਹਿਸ਼ਤ, ਸ਼ੇਰ ਦੀ ਦਹਿਸ਼ਤ, ਬੱਬਰ ਸ਼ੇਰ ਦੀ ਦਹਿਸ਼ਤ। ਸੋ ਇਹੋ ਜਿਹਾ ਸੂਰਮਾ ਸੀ। ਤੇ ਜਦੋਂ ਕਹਿੰਦਾ ਕੋਈ ਬੰਦਾ ਨਹੀਂ ਘਰਾਂ ਦੇ ਵਿੱਚ ਰਿਹਾ, ਸਾਰੇ ਉਸ ਜਵਾਨ ਨੂੰ, ਉਸ ਸ਼ੇਰ ਨੂੰ ਦੇਖਣ ਦੇ ਲਈ ਆਏ ਹੋਏ ਨੇ। ਤਾਂ ਇਹਦੇ 24-25 ਸਰਦਾਰਾਂ ਨੂੰ ਜਦੋਂ ਦਿੱਲੀ ਵਿੱਚ ਪਹੁੰਚੇ, ਅੱਡ ਕਰਕੇ ਕੈਦ ਕੀਤਾ ਗਿਆ, ਬਾਕੀਆਂ ਨੂੰ ਅਲੱਗ ਕਰਕੇ ਕੈਦ ਕਰਤਾ। ਤੇ ਨਾਲ ਹੁਕਮ ਹੋ ਗਿਆ ਅਫਰਕਸ਼ੀਅਰ ਵੱਲੋਂ, ਹਰ ਰੋਜ਼ 100 ਬੰਦਾ ਕਤਲ ਕਰੋ ਚਾਂਦਨੀ ਚੌਂਕ ਦੇ ਵਿੱਚ। ਹਰ ਰੋਜ਼ 100 ਬੰਦਾ, ਤੇ ਇੱਕੋ ਸਵਾਲ ਕਰਨਾ, ਇਸਲਾਮ ਜਾਂ ਮੌਤ। ਤੇ ਬਾਕੀਆਂ ਨੂੰ ਟੌਰਚਰ ਕੀਤਾ ਸ਼ੁਰੂ ਕਰਤਾ। ਮੈਂ ਤੁਹਾਨੂੰ ਇੱਕ ਸਾਂਝ ਕਰ ਚੁੱਕਿਆ ਵੰਡ ਕੇ ਛਕਣ ਦੀ, ਕਿ ਵੰਡ ਕੇ ਕਿਵੇਂ ਛਕਣਾ। ਇਹ ਵੀ ਸਾਂਝ ਕੀਤੀ ਸੀ ਆਪਾਂ ਨੇ, ਮੇਰੀ ਮਾਂ ਝੂਠ ਬੋਲਦੀ ਹੈ, ਉਹ ਬੱਚੇ ਦੀ ਸ਼ਹੀਦੀ। ਵੰਡ ਕੇ ਛਕਣ ਵਾਲੀ ਮੈਂ ਥੋੜੀ ਜਿਹੀ ਰਿਪੀਟ ਕਰ ਜਾਵਾਂ। ਫਰਕਸ਼ੀਅਰ ਕਹਿੰਦਾ ਸੀ ਕਹੇ ਜਿਹੇ ਨੇ ਆਪਸ 'ਚ ਇੰਨਾ ਪਿਆਰ ਕਿਵੇਂ ਹੈ? ਤਾਂ ਉਹ ਕਹਿੰਦਾ ਜੀ ਇੱਕ ਦੂਜੇ ਤੋਂ ਜਾਨ ਵਾਰਦੇ ਨੇ, ਸਿੱਖ ਸਿੱਖ ਪੈ ਵਾਰਤ ਪ੍ਰਾਣ। ਉਹ ਕਹਿੰਦਾ ਐਂ ਕਿਵੇਂ? ਕਹਿੰਦਾ ਇਹ ਚੈੱਕ ਕਰ ਲਾਨੇ ਆ। 4 ਬੰਦੇ ਕੱਢੇ ਗਏ ਫੌਜ 'ਚੋਂ, 4 ਬੰਦੇ। ਇਹਨਾਂ 740 'ਚੋਂ ਫੌਜ ਤਾਂ ਕਿਹੜੀ ਰਹਿ ਗਈ ਸੀ, ਉਹ ਵੀ ਕੁਛ ਰਸਤੇ 'ਚੋਂ ਫੜੇ ਹੋਏ। ਇੱਕ ਦੀ ਉਮਰ 15 ਕੁ ਸਾਲ ਦਾ ਬੱਚਾ ਹੈ, ਇੱਕ 25-26 ਸਾਲ ਦਾ, 27 ਸਾਲ ਦਾ ਇਸ ਉਮਰ ਦਾ, ਦੂਜਾ 35-40 ਸਾਲ ਦਾ, ਤੇ ਇੱਕ ਬਜ਼ੁਰਗ ਹੈ। 4 ਨੂੰ ਅੱਡ ਕਰਕੇ ਬੰਦ ਕੀਤਾ ਗਿਆ। ਕਈ ਦਿਨ ਫਿਰ ਭੁੱਖੇ ਪਿਆਸੇ ਰੱਖਿਆ ਗਿਆ। ਭੁੱਖ ਨਾਲ ਬੁਰਾ ਹਾਲ ਜਦੋਂ ਹੋ ਗਿਆ ਤਾਂ 2 ਰੋਟੀਆਂ ਬਜ਼ੁਰਗ ਨੂੰ ਦਿੱਤੀਆਂ ਗਈਆਂ ਕਿ ਖਾ ਲਓ, ਸਿਰਫ 2 ਰੋਟੀਆਂ। ਉਹ ਦੇ ਕੇ ਆਪ ਗੁਪਤ ਝੀਥਾਂ ਥਾਈਂ, ਬਿੱਲਾਂ ਥਾਈਂ ਫਰਕਸ਼ੀਅਰ ਅਤੇ ਉਹਦੇ ਅਹਿਲਕਾਰ ਦੇਖ ਰਹੇ ਨੇ ਵੀ ਹੁਣ ਰੋਟੀ ਪਿੱਛੇ ਲੜਦੇ ਤੇ ਮਰਦੇ ਦੇਖਿਓ ਕਿਵੇਂ ਖੋ ਖਾਣਗੇ। ਪਰ ਉਹ ਬਜ਼ੁਰਗ ਉਹ 2 ਰੋਟੀਆਂ ਲੈ ਕੇ ਅੰਦਰ ਗਿਆ। ਉਹ ਜਦੋਂ ਤਿੰਨਾਂ ਨੂੰ ਬੈਠਿਆਂ ਨੂੰ ਦੇਖਿਆ ਤਾਂ ਉਹ ਦੋਨੇ ਪ੍ਰਸ਼ਾਦੇ ਉਹਨੇ ਉਸ ਬੱਚੇ ਨੂੰ ਦੇ ਦਿੱਤੇ, ਜਿਹੜਾ 15 ਕੁ ਸਾਲ ਦਾ। ਉਹਨੂੰ ਦੇ ਕੇ ਕਹਿੰਦਾ, ਪੁੱਤਰ ਬੇਟਾ ਆਹ ਰੋਟੀ ਤੁਸੀਂ ਖਾਓ, ਤੂੰ ਮੇਰੀ ਕੌਮ ਦਾ ਭਵਿੱਖ ਹੈ, ਤੂੰ ਮੇਰੀ ਕੌਮ ਦਾ ਆਉਣ ਵਾਲਾ ਸਮਾਂ। ਜੇ ਉਮਰ ਵੱਧ ਗਈ ਤਾਂ ਜੂਝ ਮਰੀ, ਜੇ ਸਮਾਂ ਮਿਲ ਗਿਆ ਕੌਮ ਦੀ ਸੇਵਾ ਕਰਕੇ ਜਾਈ, ਆਹ ਪ੍ਰਸ਼ਾਦੇ ਤੂੰ ਛਕ। ਤਾਂ ਉਹਨੇ ਦੋਨੇ ਪ੍ਰਸ਼ਾਦੇ ਫੜੇ ਨੇ, ਵਾਹਿਗੁਰੂ ਦਾ ਸ਼ੁਕਰਾਨਾ ਕੀਤਾ। ਤੇ ਆਪਣੇ ਤੋਂ ਵਡੇਰੀ ਉਮਰ ਦੇ ਨੌਜਵਾਨ ਕੋਲੇ, 25 ਤੋਂ 30 ਸਾਲ ਦੀ ਉਮਰ ਜਿਹਦੀ ਸੀ, ਉਹਦੇ ਕੋਲੇ ਗਿਆ। ਕਹਿੰਦਾ, ਵੀਰ ਜੀ, ਭਾਈ ਸਾਹਿਬ ਮੈਂ ਤਾਂ ਜਵਾਕ ਆ, ਮੈਨੂੰ ਕੀ ਪਤਾ ਜੰਗ ਲੜਨ ਬਾਰੇ, ਜੇ ਬਚ ਵੀ ਗਿਆ ਮੈਂ ਕੌਮ ਦੀ ਸੇਵਾ ਨਹੀਂ ਕਰ ਸਕਦਾ, ਮੈਂ ਤਾਂ ਨਿਆਣਾ। ਆਹ ਪ੍ਰਸ਼ਾਦਾ ਤੁਸੀਂ ਛਕੋ, ਕਿਉਂਕਿ ਤੁਸੀਂ ਜਵਾਨ ਹੋ, ਤੁਸੀਂ ਲੜ ਸਕਦੇ ਹੋ, ਦੁਸ਼ਮਣ ਦਾ ਟਾਕਰਾ ਕਰ ਸਕਦੇ ਹੋ, ਜ਼ਿੰਦਗੀ ਥੋੜ੍ਹੀ ਜਿਹੀ ਤੁਹਾਡੀ ਹੋਰ ਵੱਧ ਜੇ, ਕੀਮਤੀ ਹੈ, ਆਹ ਲਓ ਪ੍ਰਸ਼ਾਦੇ ਤੁਸੀਂ ਛਕੋ। ਤੇ ਉਹ ਦੋਨੇ ਪ੍ਰਸ਼ਾਦੇ ਜਦੋਂ ਉਹਦੇ ਕੋਲੇ ਪਹੁੰਚੇ ਨੇ, ਵਾਹਿਗੁਰੂ ਦਾ ਸ਼ੁਕਰਾਨਾ ਕਰਕੇ ਦੂਸਰੇ ਜਿਹੜਾ 35-40 ਸਾਲ ਦਾ ਨੌਜਵਾਨ ਸਿੰਘ ਸੀ ਉਹਨੂੰ ਦਿੱਤੇ ਨੇ। ਤੇ ਕਹਿਣ ਲੱਗਿਆ, ਵੀਰਾ ਭਾਈ ਸਾਹਿਬ ਮੈਂ ਜਵਾਨ ਜ਼ਰੂਰ ਹਾਂ, ਜੰਗ ਕਰ ਸਕਦਾ, ਲੜੀਆਂ ਵੀ ਨੇ, ਪਰ ਤੁਹਾਡੇ ਜਿੰਨਾ ਸਿਆਣਾ ਤੇ ਤਜਰਬੇਦਾਰ ਨਹੀਂ, ਤੁਹਾਡੇ ਕੋਲੇ ਜੋਸ਼ ਦੇ ਨਾਲ ਹੋਸ਼ ਵੀ ਹੈ, ਇਸ ਲਈ ਪ੍ਰਸ਼ਾਦਾ ਤੁਸੀਂ ਛਕੋ ਤੇ ਕੌਮ ਦੇ ਕੰਮ ਆਇਓ।
ਉਹਦੇ ਕੋਲੇ ਪ੍ਰਸ਼ਾਦੇ ਗਏ ਤਾਂ ਬਜ਼ੁਰਗ ਕੋਲੇ ਲੈ ਕੇ ਗਿਆ। ਕਹਿੰਦਾ ਬਾਪੂ ਭੁੱਖਾ ਬੈਠਾ ਹੋਵੇ ਤੇ ਬੱਚੇ ਪ੍ਰਸ਼ਾਦਾ ਛਕਣ, ਇਹ ਹੋ ਸਕਦਾ? ਨਾਲੇ ਅਸੀਂ ਜਵਾਨ ਆ, 4 ਦਿਨ ਹੋਰ ਕੱਟ ਜਾਾਂਗੇ, ਬਜ਼ੁਰਗੋਂ ਤੁਸੀਂ, ਤੇ ਬਜ਼ੁਰਗ ਵੀ ਬੱਚਿਆਂ ਵਰਗੇ ਹੁੰਦੇ ਨੇ, ਤੁਹਾਡੇ ਕੋਲੋਂ ਭੁੱਖ ਬਰਦਾਸ਼ਤ ਨਹੀਂ ਹੋਣੀ, ਪ੍ਰਸ਼ਾਦੇ ਤੁਸੀਂ ਛਕੋ। ਦੁਬਾਰੇ ਉੱਥੇ ਹੀ ਪਹੁੰਚ ਗਏ ਪ੍ਰਸ਼ਾਦੇ। ਤਾਂ ਜਦੋਂ ਉਸ ਬਜ਼ੁਰਗ ਕੋਲੇ ਪਹੁੰਚੇ ਨੇ, ਉਹਨੇ ਅਕਾਲ ਪੁਰਖ ਦਾ ਸ਼ੁਕਰਾਨਾ ਕੀਤਾ ਹੈ ਕਿ ਦਾਤਾ ਜੀ ਤੁਸੀਂ ਸਾਨੂੰ ਲੰਗਰ ਪਹੁੰਚਾਏ ਨੇ, ਬਹੁਤ ਬਹੁਤ ਧੰਨਵਾਦ ਹੈ ਤੁਹਾਡਾ। ਤੇ 4 ਹਿੱਸੇ ਕੀਤੇ, ਅੱਧਾ ਪ੍ਰਸ਼ਾਦਾ ਕਰਕੇ 4ਾਂ ਨੂੰ ਉਹਨੇ ਵੰਡ ਦਿੱਤਾ ਤੇ ਅਕਾਲ ਪੁਰਖ ਦਾ ਸ਼ੁਕਰਾਨਾ ਕਰਕੇ ਛਕਿਆ। ਫਰਖਸ਼ੀਰ ਆਸ਼ਸ਼ ਕਰ ਉੱਠਿਆ, ਕਹਿੰਦਾ ਵਾਕਈ ਇਹਨਾਂ 'ਚ ਹੈ ਕੁਛ। ਇਹੋ ਜਿਹਾ ਪਿਆਰ, ਇਹੋ ਜਿਹਾ ਇਤਫਾਕ ਸੀ ਉਹਨਾਂ 'ਚ। ਤੇ ਜਦੋਂ ਵਾਰੀ ਆਈ ਸੀ ਫਿਰ ਉਹਨਾਂ 25 ਯੋਧਿਆਂ ਦੀ, ਜਿਹੜੇ ਜਰਨੈਲ ਸੀ, ਬਾਬਾ ਬਾਜ ਸਿੰਘ, ਬਾਬਾ ਫਤਿਹ ਸਿੰਘ, ਆਲੀ ਸਿੰਘ, ਮਾਲੀ ਸਿੰਘ ਹੋਰੀ, ਜਿਹੜੇ ਕੌਮ ਦੇ ਆਗੂ ਸੀ, ਬਾਬਾ ਬੰਦਾ ਸਿੰਘ ਬਹਾਦਰ ਦੇ ਸਿਪਾਹ ਸਾਲਾਰ, ਜਦੋਂ ਉਹਨਾਂ ਦੀ ਵਾਰੀ ਆਈ ਸੀ ਨਾ, ਤਾਂ ਫਰਖਸ਼ੀਰ ਨੇ ਸਵਾਲ ਕੀਤਾ ਸੀ, ਕਹਿੰਦਾ ਮੈਂ ਸੁਣਿਆ ਤੁਹਾਡੇ 'ਚ ਇੱਕ ਬਾਜ ਸਿੰਘ ਹੈ। ਤਾਂ ਬਾਬਾ ਬਾਜ ਸਿੰਘ, ਭਾਵੇਂ ਉਸ ਵੇਲੇ ਮੈਂ ਤੁਹਾਨੂੰ ਦੱਸ ਚੁੱਕਿਆ ਕਿ 8 ਮਹੀਨਿਆਂ ਦਾ ਘੇਰਾ, ਤਸ਼ੱਦਦ 3 ਮਹੀਨਿਆਂ ਦਾ, ਟੌਰਚਰ ਰੱਜ ਕੇ ਕੀਤਾ ਹੋਇਆ, ਭੁੱਖੇ ਪਿਆਸੇ ਨੇ, ਖਾਣ ਪੀਣ ਨੂੰ ਕੁਛ ਨਹੀਂ ਦਿੱਤਾ ਹੋਇਆ, ਹੱਡੀਆਂ ਦੇ ਪਿੰਜਰ ਬਣੇ ਹੋਏ ਨੇ। ਤਾਂ ਜਦੋਂ ਫੇਰ ਵੀ ਬੋਲੀ ਮਾਰੀ ਉਹਨੇ ਵੀ ਬਾਜ ਸਿੰਘ ਕੌਣ ਹੈ, ਤਾਂ ਅੱਗੇ ਆ ਕੇ ਕਿਹਾ ਸੀ ਮੈਂ ਆ ਗੁਰੂ ਦਾ ਨਿਮਾਣਾ ਸਿੱਖ ਬਾਜ ਸਿੰਘ। ਤਾਂ ਫਰਖਸ਼ੀਰ ਦੇਖ ਕੇ ਕਹਿਣ ਲੱਗਿਆ ਮੈਂ ਤਾਂ ਤੇਰੇ ਬਾਰੇ ਬਹੁਤ ਕੁਝ ਸੁਣਿਆ, ਤੇਰੀਆਂ ਬਹਾਦਰੀ ਦੀਆਂ ਬਹੁਤ ਧੁੰਮਾਂ ਪਈਆਂ ਨੇ, ਮੇਰੇ ਕੋਲੇ ਬਹੁਤ ਖਬਰਾਂ ਪਹੁੰਚਦੀਆਂ ਸੀ ਤੇਰੀਆਂ, ਪਰ ਆਹ ਦੇਖ ਅੱਜ ਤੂੰ ਮੇਰੇ ਸਾਹਮਣੇ ਭਿੱਜੀ ਹੋਈ ਬਿੱਲੀ ਬਣਿਆ ਖੜਾ ਹੈ, ਅੱਜ ਤੋਂ ਤੇਰੇ ਤੋਂ ਕੁਛ ਨਹੀਂ ਹੋਣਾ ਨਾ, ਕਰ ਸਕਦਾ ਕੁਛ? ਉਹਨੇ ਨੀਵੇਂ ਜਿਹੇ ਅੱਖਾਂ ਨਾਲ ਕਿਹਾ ਸੀ ਗੁਰੂ ਕਾ ਸਿੰਘ ਆ, ਸ਼ੇਰ ਆ, ਸ਼ੇਰ ਕਦੇ ਬਿੱਲੀ ਨਹੀਂ ਬਣਦੇ ਹੁੰਦੇ, ਪਿੰਜਰੇ 'ਚ ਪੈ ਕੇ ਸ਼ੇਰ ਹੀ ਰਹਿੰਦਾ, ਭੁੱਖਾ ਹੋਵੇ ਪਿਆਸਾ ਹੋਵੇ ਫੇਰ ਵੀ ਸ਼ੇਰ ਹੀ ਰਹਿੰਦਾ। ਜੇ ਦੇਖਣਾ ਚਾਹਣਾ ਨਾ, ਆਹ ਹੱਥਕੜੀਆਂ ਖੋਲ ਦੇ। ਫਰਖਸ਼ੀਰ ਕਹਿੰਦਾ ਖੋਲੋ ਇਹਦੀਆਂ ਹੱਥਕੜੀਆਂ ਤੇ ਬੇੜੀਆਂ, ਦੇਖਦੇ ਆ ਕੀ ਕਰ ਸਕਦਾ। ਬੇੜੀਆਂ ਖੋਲੀਆਂ, ਹੱਥਕੜੀਆਂ ਹਲੇ ਢਿੱਲੀਆਂ ਹੀ ਕੀਤੀਆਂ ਸੀ ਬਾਬਾ ਬਾਜ ਸਿੰਘ ਦੀਆਂ। ਉਹਨੇ ਆਪਣੀਆਂ ਹੱਥਕੜੀਆਂ ਦੇ ਨਾਲ ਹੀ 2-3 ਫੌਜੀ ਉਹਦੇ ਉੱਥੇ ਹੀ ਝਟਕਾਤੇ, ਹੱਥਕੜੀਆਂ ਨਾਲੇ ਮਾਰਤੇ, ਤੇ ਤੇਗ ਖੋ ਕੇ ਸਰਬਰਾਹ ਨੂੰ ਪੈ ਗਿਆ। ਜਿਹੜਾ ਆਫੀਸਰ ਬੈਠਾ ਸੀ ਉਹਨੂੰ ਕਹਿੰਦੇ ਲੱਤ ਮਾਰ ਕੇ ਡੇਗ ਲਿਆ ਤੇ ਖਤਮ ਕਰ ਦਿੰਦਾ, ਉਹਦਾ ਭੋਗ ਪਾਉਣੇ ਲੱਗਿਆ ਸੀ, ਜੇ ਪਿੱਛੋਂ ਸਾਰੇ ਫੌਜੀ ਤੀਰਾਂ ਤੇ ਗੋਲੀਆਂ ਨਾਲ ਉਹਨੂੰ ਚਾਂਦਮਾਰੀ ਦਾ ਨਿਸ਼ਾਨਾ ਬਣਾ ਕੇ ਨਾ ਸ਼ੂਟ ਕਰਦੇ। ਸੈਂਕੜੇ ਤੀਰ ਤੇ ਗੋਲੀਆਂ ਖਾ ਕੇ ਸੂਰਮਾ ਸ਼ਹੀਦ ਹੋ ਗਿਆ। ਤੇ ਮੁੜ ਕੇ ਫਰਖਸ਼ੀਰ ਨੇ ਗੁਸਤਾਖੀ ਨਹੀਂ ਕੀਤੀ ਕਿਸੇ ਸਿੰਘ ਨੂੰ ਚੈਲੰਜ ਕਰਨ ਦੀ। ਇਹ ਸੀ ਯੋਧਿਆਂ ਦੀ ਸੂਰਮਤਾਈ। ਤੇ ਅੱਜ ਆਪਾਂ ਗੱਲ ਕਰਦੀ ਹਾਂ ਇੱਕ ਜਿਹੜੀ ਸਾਂਝ ਕਰੀ ਸੀ ਪਿਛਲੀ ਵਾਰ ਥੋੜੇ ਜਿਹੇ ਨਜ਼ਮਾਂ ਦੀ। ਰਵਿੰਦਰ ਨਾਥ ਟੈਗੋਰ ਇਸ ਸ਼ਹਾਦਤ ਨੂੰ ਕਿਵੇਂ ਬਿਆਨ ਕਰਦਾ ਹੈ? ਕਹਿੰਦਾ ਦਿੱਲੀ ਵਿੱਚ ਸਿਰ ਕੱਢਵਾਂ ਮੁਗਲਾਂ ਦਾ ਦਰਬਾਰ, ਸੁੱਤਿਆਂ ਨੀਂਦਰ ਸ਼ਾਹ ਦੀ ਉਚਟ ਜਾਏ 100 ਵਾਰ, ਇਹੋ ਜਿਹਾ ਕੋਈ ਖੌਫ ਸੀ ਉਹਦੇ ਦਿਲ ਵਿਚਕਾਰ, ਹੂਕਾਂ ਬਣ ਲੁੱਛਦੀ ਚੇਤਨਤਾ 100 ਵਾਰ। ਖਬਰ ਹੈ ਕਿਹੜੀ ਅੱਗ ਨੇ ਲੂਹਿਆ ਆਫ ਦਾ ਦਿਲ, ਅੱਬੜ ਬਾਹੇ ਭੁੜਕਦਾ ਤਪਿਆ ਵਾਂਗੂ ਸਿਲ, ਦਿੱਲੀ ਦੇ ਆਕਾਸ਼ ਤੇ ਤੋਂ ਆਉਂਦਾ ਜਾਪੇ ਸੇਕ, ਸ਼ਾਹ ਦਾ ਹਿਰਦਾ ਡੋਲਦਾ, ਕਹਿੰਦਾ ਮੌਲਾ ਤੇਰੀ ਟੇਕ। 5 ਪਾਣੀਆਂ ਦੀ ਧਰਤ ਤੇ ਰੱਤ ਦੀਆਂ ਨਦੀਆਂ ਬਹਿਣ, ਕਿਸੇ ਸੁੱਚੇ ਆਦਰਸ਼ ਲਈ ਸਿੱਖ ਤਸੀਹੇ ਸਹਿਣ, ਜੁੱਸੇ ਲਿਬੜੇ ਲਹੂ ਵਿੱਚ ਸ਼ੁਕਰ ਪਏ ਕਹਿਣ, ਸਿਦਕਵਾਨ ਮਰਜੀ ਬੜੇ ਭਾਣੇ ਅੰਦਰ ਰਹਿਣ। ਟੈਗੋਰ ਕਹਿੰਦਾ ਹੈ ਮੁਗਲਾਂ ਦੇ ਸੰਗ ਇਹਨਾਂ ਨੇ ਦਿੱਤਾ ਆਡਾ ਲਾ, ਹਿਰਦੇ ਰੱਖ ਕੇ ਸਿਦਕ ਨੂੰ ਸਤਗੁਰ ਲਿਆ ਧਿਆ, ਸੀਸ ਸਜਾਏ ਅੰਮੜੀਆਂ ਲਹੂ ਦੇ ਟਿੱਕੇ ਲਾ। ਕਿਹੋ ਜਿਹੇ ਕਹਿੰਦਾ ਇਹ ਸਿੱਖ ਨੇ ਤੇ ਕੀ ਇਹਨਾਂ ਦੇ ਚਾਹ, ਭੰਬਟ ਵਾਂਗੂ ਮਚਲਦੇ ਸੜਦਾ ਵੇਖ ਚੁਫੇਰ, ਪਾਲਾਂ ਬਨ ਜੂਝਦੇ ਜਰਾ ਨਾ ਲਾਉਂਦੇ ਦੇਰ, ਕਰਨ ਮਖੌਲਾਂ ਮੌਤ ਨੂੰ ਬੁੱਕਣ ਵਾਂਗੂ ਸ਼ੇਰ, ਜਿੱਧਰ ਵੇਖਣ ਘੂਰ ਕੇ ਕਹਿੰਦਾ ਮਚਦਾ ਜਾਏ ਹਨੇਰ। ਰਣ ਵਿੱਚ ਕੁੱਦ ਪਏ ਸੂਰਮੇ, ਹੱਥ ਪੜੱਬੀ ਮਾਰ, ਫੜ ਲੈ ਬੈਰੀ ਗਿੱਚੀਓਂ ਪਹਿਲੀ ਝੁੱਟੀ ਮਾਰ, ਜ਼ਹਿਰੀ ਸੱਪ ਤੇ ਝਪਟਦਾ ਜਾਕੂ ਬਾਜ ਉਡਾਰ, ਪੰਜਿਆਂ ਵਿੱਚ ਨਪੀਟ ਕੇ ਪਟਕੇ ਮੂੰਹ ਦੇ ਪਾਰ। ਪਰ ਕਹਿੰਦਾ ਅਣਗਿਣਤੀ ਜੀ ਫੌਜ ਸੀ, ਗਿਣਤੀ ਦੇ ਕੁਝ ਸਿੱਖ ਸੰਗਲਾਂ ਦੇ ਵਿੱਚ ਨੂੜ ਕੇ
ਕਰ ਲਏ ਘੇਰੇ ਵਿੱਚ ਲਹੂ ਦੇ ਲੀੜੇ ਲਿਬੜੇ, ਤਨ ਤੇ ਘਾਓ ਅਨੇਕ, ਢਿੱਡੀ ਲੁੱਸਣ ਆਂਦਰਾਂ ਮਨ ਵਿੱਚ ਉਸਦੀ ਟੇਕ। ਨਾ ਬੈਰੀ ਉੱਤੇ ਟੁੱਟ ਪਿਆ ਬੰਦਾ ਸਿੰਘ ਦਲੇਰ, ਮੁਗਲਾਂ ਆ ਕੇ ਨਰੜਿਆ ਪਿੰਜਰੇ ਅੰਦਰ ਸ਼ੇਰ। ਬੈਰੀ ਉੱਤੇ ਟੁੱਟ ਪਿਆ ਬੰਦਾ ਸਿੰਘ ਦਲੇਰ, ਪਰ ਮੁਗਲਾਂ ਆ ਕੇ ਨਰੜਿਆ ਪਿੰਜਰੇ ਦੇ ਵਿੱਚ ਸ਼ੇਰ। ਬੰਦੀ ਕਰ ਲਿਆ ਸੂਰਮਾ ਚਾਰੇ ਪਾਸਿਓਂ ਘੇਰ, ਦਿੱਲੀ ਵੱਲ ਨੂੰ ਟੁਰ ਪਏ, ਕਹਿੰਦਾ ਵੱਜ ਗਏ ਡਾਂਕੇ ਫੇਰ। ਸੈਨਾ ਚਾਲੇ ਪਾ ਲਏ ਦਿੱਲੀ ਸ਼ਹਿਰ ਦੇ ਵੱਲ, ਲਹੂ ਦੀਆਂ ਚੱਲਣ ਜਿਵੇਂ ਹਨੇਰੀਆਂ, ਕੋਈ ਨਾ ਸਕੇ ਠੱਲ। 700 ਸਿੱਖ ਸੀ ਕੈਦ ਵਿੱਚ, ਸੰਗਲਾਂ ਲਈਆਂ ਵੱਲ। ਇੱਕ ਘਿਨਾਉਣਾ ਦ੍ਰਿਸ਼ ਸੀ, ਇੱਕ ਅਨੋਖੀ ਗੱਲ। ਕਾਫੀ ਵੱਡੀ ਰਚਨਾ ਹੈ, ਤੁਸੀਂ ਸੁਣਿਓ। ਲਿਖਣ ਵਾਲੇ ਨੇ ਕਿਆ ਕਮਾਲ ਦੀ ਰਚਨਾ ਲਿਖੀ ਹੈ ਨਾ। ਨੇਜੇ ਦੀ ਹਰ ਨੋਕ ਤੇ ਇੱਕ ਇੱਕ ਸਿੱਖ ਦਾ ਸੀਸ, ਲਹੂ ਦੀਆਂ ਧਾਰਾਂ ਚੋ ਰਹੀਆਂ, ਤੱਕੀਆਂ ਉੱਠਦੀ ਚੀਸ। ਸੰਗਲੀ ਜਕੜੇ ਕੈਦੀਆਂ, ਮੂੰਹੋਂ ਕੱਢੀ ਆਵਾਜ਼, ਬੌੜੀ ਸੱਚੇ ਪਾਤਸ਼ਾਹ ਰੱਖ ਪੰਥ ਦੀ ਲਾਜ। ਕਹਿੰਦਾ ਦਿੱਲੀ ਚਾਂਦਨੀ ਚੌਂਕ ਵਿੱਚ ਜੁੜੇ ਤਮਾਸ਼ੀਨ, ਦਿੱਲੀ ਚਾਂਦਨੀ ਚੌਂਕ ਵਿੱਚ ਜੁੜੇ ਤਮਾਸ਼ਬੀਨ। ਸਿੱਖਾਂ ਦਾ ਇਹ ਕਾਫਲਾ ਚੋਖਾ ਸਾਹ ਸਤਹੀਨ, ਦਿਸਣ ਨੂੰ ਮੰਦਹਾਲੀਆਂ ਅੰਦਰੋਂ ਪਰ ਲਿਵਲੀਨ। ਫਤਿਹ ਗਜਾਉਂਦੇ ਗੁਰੂ ਦੀ ਭਾਣੇ ਦੇ ਅਧੀਨ। ਕਿਆ ਚੜ੍ਹਦੀ ਕਲਾ ਦਾ ਦ੍ਰਿਸ਼ ਵਰਣਨ ਕਰ ਰਿਹਾ। ਕਹਿੰਦਾ ਵੇਖਣ ਵਾਲੇ ਦੱਸਦੇ ਬੜੀ ਅਨੋਖੀ ਗੱਲ। ਇਹ ਟੈਗੋਰ ਦੀ ਮੈਂ ਸਾਂਝ ਕਰ ਰਿਹਾ ਸਾਰੀ। ਵੇਖਣ ਵਾਲੇ ਦੱਸਦੇ ਬੜੀ ਅਨੋਖੀ ਗੱਲ, ਕੈਦੀਆਂ ਵਿੱਚ ਤਕਰਾਰ ਸੀ, ਲਹਿਰ ਪਈ ਇੱਕ ਚੱਲ। ਕੈਦੀਆਂ ਦੇ ਵਿੱਚ ਬਹਿਸ ਚੱਲ ਪਈ, ਤਕਰਾਰ ਹੋਣ ਲੱਗ ਪਿਆ। ਕਿਹੜੀ ਗੱਲ ਦਾ? ਵੇਖਣ ਵਾਲੇ ਦੱਸਦੇ ਬੜੀ ਅਨੋਖੀ ਗੱਲ, ਕੈਦੀਆਂ ਵਿੱਚ ਤਕਰਾਰ ਸੀ, ਬਹਿਸ ਪਈ ਇੱਕ ਚੱਲ। ਹਰ ਕੋਈ ਪਹਿਲ ਉਡੀਕਦਾ ਵੱਧ ਕੇ ਹੋਣੀ ਵੱਲ, ਜਾਏ ਮਿਲਾਂ ਤੇ ਨਾ ਸੱਜਣਾ ਹੋਵੇ ਜਨਮ ਸਫਲ। ਕਹਿੰਦਾ ਮਰਨ ਲਈ ਪਹਿਲ ਕਰ ਉਡੀਕਦੇ ਤੇ ਇਹ ਰੌਲਾ ਪਾਉਂਦੇ ਸੀ, ਪਹਿਲਾਂ ਮੈਂ ਮਰਨਾ। ਇਹ ਰੌਲਾ ਨਹੀਂ ਪਾਉਂਦੇ ਸੀ ਕਿ ਬਾਅਦ ਵਿੱਚ ਜਾਣਾ ਜਾਂ ਪਹਿਲਾਂ ਤੂੰ ਜਾ, ਪਹਿਲ ਆਪ ਉਡੀਕਦੇ ਨੇ। ਕਹਿੰਦਾ ਫਿਰ ਚੱਲ ਪਿਆ ਚੱਕਰ ਮੌਤ ਦਾ, ਚੱਲ ਪਿਆ ਚੱਕਰ ਮੌਤ ਦਾ, ਕਾਤਲ ਕਰਦਾ ਵਾਰ। ਇੱਕ ਜਕਾਰਾ ਗੂੰਜਦਾ ਜਦ ਚੱਲਦੀ ਤਲਵਾਰ, ਸਿੱਖ ਕਟੀਂਦੇ ਜਾ ਰਹੇ ਵੱਧਦੇ ਬਾਰੋ ਵਾਰ। 7 ਦਿਨਾਂ ਦੀ ਖੇਡ ਸੀ ਤੇ 700 ਹੀ ਸਰਦਾਰ। 7 ਦਿਨਾਂ ਦੀ ਖੇਡ ਸੀ। ਕਮਾਲ ਦੀ ਗੱਲ ਹੈ। ਕਿਹੜੀ ਮਿੱਟੀ ਦੇ ਬਣੇ ਸੀ ਉਹ ਸਿੱਖ? ਹੁਣ ਅੱਗੇ ਕਿਉਂਕਿ ਸਾਂਝ ਭਾਵੇਂ ਆਪਾਂ ਬਾਅਦ 'ਚ ਕਰਾਂਗੇ, ਪਰ ਮੈਂ ਕਵਿਤਾ ਪੂਰੀ ਕਰਨੀ ਚਾਹੁੰਦਾ, ਤੁਹਾਨੂੰ ਪਤਾ ਲੱਗੇ ਕਿ ਕਿਹੋ ਜਿਹੀਆਂ ਰਚਨਾਵਾਂ ਲਿਖੀਆਂ ਪਈਆਂ ਨੇ ਜਿਹੜੀਆਂ ਸਾਡੇ ਤੱਕ ਹਾਲ ਤੱਕ ਨਹੀਂ ਪਹੁੰਚੀਆਂ। ਕਹਿੰਦਾ ਹੁਣ ਹੋਣੀ ਹੱਥ ਆ ਗਿਆ ਬੰਦਾ ਸਿੰਘ ਮਹਾਨ, ਉਹਦੇ ਨਿੱਕੇ ਬਾਲ ਨੂੰ ਸਾਹਮਣੇ ਕੀਤਾ ਆਣ। ਕਾਜੀ ਕਹਿੰਦਾ ਸਿੰਘ ਜੀ ਆ ਪਕੜੋ ਕਿਰਪਾਨ, ਕੱਟੋ ਇਹਦੇ ਸੀਸ ਨੂੰ ਇਹ ਸ਼ਾਹੀ ਫਰਮਾਨ। ਦੁਨੀਆਦਾਰੀ ਵਾਸਤੇ ਪੁੱਤਰ ਹੈਣ ਨਿਸ਼ਾਨ, ਜੇ ਕੋਈ ਝਿੜਕੇ ਇਹਨਾਂ ਨੂੰ ਕੱਢੀਏ ਉਹਦੀ ਜਾਨ। ਪੁੱਤਰ ਨੂੰ ਚਟਕਾਣ ਦਾ ਇਹ ਕੈਸਾ ਫਰਮਾਨ, ਜਿਹੜੀਆਂ ਚੇਤਨਾ ਚੇਤੇ ਸਨ ਉਹੀਓ ਹੋਈਆਂ ਆਣ। ਬੰਦੇ ਚੁੱਕ ਕੇ ਬਾਲ ਨੂੰ ਪਹਿਲਾਂ ਕੀਤਾ ਪਿਆਰ, ਫਿਰ ਸਮਝਾਇਆ ਉਸ ਨੂੰ ਸਿੱਖੀ ਦਾ ਕਿਰਦਾਰ। ਉਹ ਤੇਰੇ ਵਰਗੇ ਬਾਲ ਸਨ ਫਤਿਹ ਸਿੰਘ ਜੁਝਾਰ, ਖੇਤ ਜੂ ਮਾਂਡਿਓ ਸੂਰਮਾ ਅਬ ਜੂਝਣ ਕੀ ਬਾਰ। ਕਹਿੰਦਾ ਫਤਿਹ ਗਜਾਈ ਬਾਲ ਨੇ, ਹੋਇਆ ਹੁਣ ਸੁਰਜੀਤ, ਜਾਨ ਜਾਏ ਤਾਂ ਜਾਣਦਾ ਇਹ ਸਿੱਖੀ ਦੀ ਰੀਤ। ਸ਼ੁਭ ਕਰਮਾਂ ਦਾ ਧਾਰਨੀ ਨਿਸ਼ਚੇ ਹੋਵੇ ਜੀਤ, ਜਾਏ ਮਿਲਾਂ ਤੇ ਨਾ ਸੱਜਣਾ ਟੁੱਟੇ ਨਹੀਂ ਪ੍ਰੀਤ। ਕਾਜੀ ਹੋਇਆ ਕ੍ਰੋਧਮਾਨ, ਝੱਲ ਨਾ ਸਕਿਆ ਝਾਲ, ਕੀਤਾ ਵਾਰ ਜਲਾਦ ਨੇ, ਤੜਫਣ ਲੱਗਾ ਬਾਲ। ਲੁੱਸ ਲੁੱਸ ਉਛਲਣ ਆਂਦਰਾਂ ਧਰਤੀ ਲਾਲੋ ਲਾਲ, ਸਫਲ ਨਹੀਂ ਤਾਂ ਵੀ ਹੋ ਸਕੀ ਹੋਣੀ ਦੀ ਇਹ ਚਾਲ। ਲਿਖਿਆ ਇਤਿਹਾਸ ਵਿੱਚ ਬੰਦਾ ਰਿਹਾ ਅਹਿਲ, ਕੋਹੇ ਗਏ ਉਸ ਬਾਲ ਦਾ, ਲੁੱਸ ਲੁੱਸ ਕਰਦਾ ਦਿਲ। ਪਿਓ ਦੇ ਮੂੰਹ ਵਿੱਚ ਪਾਇਆ ਤਾਂ ਜੋ ਜਾਵੇ ਡੋਲ, ਇਸ ਕਰੜੀ ਅਜਮੈਸ਼ ਵਿੱਚ ਬੰਦਾ ਰਿਹਾ ਅਡੋਲ। ਓਏ ਰੋਵੇਗਾ ਇਤਿਹਾਸ ਵੀ ਆਪਣੇ ਪੰਨੇ ਫੋਲ, ਰੋਵੇਗਾ ਇਤਿਹਾਸ ਵੀ ਆਪਣੇ ਪੱਲੇ ਫੋਲ। ਐਸਾ ਭਿਆਨਕ ਦ੍ਰਿਸ਼ ਸੀ, ਵੇਖਣ ਵਾਲੇ ਕਹਿਣ ਨਾਲ ਜਮੂਰਾਂ ਨੋਚਦੇ। ਪਹਿਲਾਂ ਕੱਢੇ ਨੈਣ ਲਾਲ ਸੁਲਾਖਾਂ ਕੀਤੀਆਂ, ਇੱਕ ਇੱਕ ਅੰਗ ਜਲਾਣ। ਫਤਿਹ ਗਜਾਈ ਸਿੰਘ ਨੇ ਤਨ ਚੋਂ ਉੱਠੇ ਪ੍ਰਾਣ, ਗਗਨ ਦਮਾਮਾ ਬਾਜਿਓ ਭਰਿਆ ਨਿਸ਼ਾਨ ਘਾਓ, ਖੇਤ ਜੂ ਮਾਂਡਿਓ ਸੂਰਮਾ
अब जूझन को दाओ सूरा सो पहचानिए, जो लड़े दीन के हेत पुरजा पुरजा कट मरै, कभू न छाड़ै खेत। ये टैगोर की रचना जिन्नी क मेरे कोले पहुंची है। सो इहो जी भावपूर्त इन्ना क प्रभावित होया सी वो बंदा सिंह बहादुर की शहादत तो, उन्हें बहुत सारिया रचनावां सिख कौम ते लिखियां ने। कई बारी असीं इन्हां चीज़ों तो दूर रह जाने, अछूतियां रह जांदियां ने साडे तो दूर। ऐ कह लो कि जिन्हां ने उपराले करने सी उन्हां ने करे नहीं, ते गुनाहगार असीं भी हाँ कि जिन्हां नूं पता है वो तुहाडे तक पहुँचा नहीं सके। हुण सोशल मीडिया मिले तो कोशिश है। सो जदों इन्हां नूं कैद किया गया, बाज सिंह भी अपनी बहादुरी दिखा गया। नन्ना बच्चा वो 740 शेरां चों एक भी नहीं डोलिया। सौं खाण नूं भी नहीं वो कह सकिया कि मैं सौं खा ला, वो एक अद्धा तो डोल जे। भज अगे हुंदे ने। वो लिखदा ना कामबर खान, कहना मैं तमाशाए मौत देखण गया एक दिन सिखां दी मौत नूं तमाशा लिखदा है, क्योंकि दुनिया दे विच दिखाया जांदा सी कि आ वट रहे हैं, इन्हां नूं ऐ करदे असीं बागियां नाल। तमाशा मौत। ते वैसे सिख भी मौत नूं तमाशा ही समझदे सी। जे तमाशा ना समझदे तो हस के शहीदियां नहीं पा सकदे। वो तां रौला पाउंदे सी, मुक्ता पहला मैनू, मुक्त जल्लाद नूं मुक्ता कहंदे ने। है ना कमाल दी गल, मुक्ति देण वाला पहला मैनू, मुक्ता पहला मैनू। भज के एक दूजे तो अगे हो के वो जिहड़ा लक्कड़ दा एक वड्डा, तुसीं कदे कसाईयां दे गए हो जिथे मुर्गे जां बकरे झटकाए जांदे ने, वो मांस वड्ढण लई एक लक्कड़ दा गेली कट के रखी हुंदी है उन्होंने, जिते हो कटदे ने मांस नूं। इहो जिहा वड्डा दरख्त दा तना कट के रखे है, जिहदे उत्ते गर्दन रख के सिख दी जां किसे नूं भी जिहनूं वड्ढणा है उहदे उत्ते टक मारदे ने, ते सिख वो ने जलाद नूं जां किसे नूं फड़न दी लोड़ नहीं, भज के जांदे ने ते गर्दन रख के कहंदे ने मुक्ता मैनू। जदों किरपान हो तां चकदा है तां बोले 100 निहाल दा जकारा गूंजदा है, ते पिछे बचे होए सत श्री अकाल दा जकारा गजाउंदे ने। कहना एक जकारा गूंजदा जद चलदी तलवार, सिख कटींदे जा रहे वधदे बारो बार, 7 दिनां दी खेड सी ते 700 ही सरदार। शहादत जकारे नाल लै रहे ने, अगे हो के लै रहे ने। हुण आ गया हत्थ होणी दे बाबा बंदा सिंह बहादुर अते उहदे योधे जरनैल। लास्ट टाइम सारे जरनैल फिर उहदे सामने लिआंदे गए, ते उहनां नूं फिर उही सवाल, जरनैलां नूं मौत जां इस्लाम। हुण जिस कौम दे एक एक सिपाही ने शहादत प्रवान की होवे, यार उथे जरनैल ढोल जाणगे। वाहिगुरू जी की फतेह गजा के कहन लगे, खान साहब अपना काम करो, जो काम लई भेजिया गया वो करो, क्यों टाइम जाया करते हो आपदा। उन्हां सारे सूरमिਆਂ ਨੂੰ ਕੱਲੇ ਕੱਲੇ ਨੂੰ ਪੁੱਛ ਕੇ ਟੌਰਚਰ ਪਹਿਲਾਂ ਬਹੁਤ ਕੀਤੇ, ਉਹਨਾਂ ਦਾ ਖਜ਼ਾਨਾ ਪੁੱਛਣ ਲਈ, ਉਹਨਾਂ ਦੀ ਤਾਕਤ ਪੁੱਛਣ ਲਈ ਕਿ ਤੁਹਾਡੇ ਪਿੱਛੇ ਕੀ ਹੈ, ਤੁਸੀਂ ਕਿਵੇਂ ਲੜ ਗਏ। ਖਜ਼ਾਨਿਆਂ ਲਈ ਲੜ ਰਹੇ ਨੇ। ਸਿਰਫ 3000 ਮੋਹਰਾਂ ਮਿਲੀਆਂ ਸੀ, ਸਿਰਫ 3000 ਗੁਰਦਾਸ ਨੰਗਲ ਦੀ ਗੜੀ 'ਚ। ਉਹ ਕਹਿੰਦੇ ਜੇ ਸਾਡੇ ਕੋਲੇ ਖਜ਼ਾਨਾ ਹੁੰਦਾ ਨਾ ਤਾਂ ਤੁਸੀਂ ਫੜ ਲਾਂਦੇ, ਤਾਂ ਮਾਰੇ ਦੁੱਖਰ ਭੁੱਖ ਨੇ ਲਹੇ, ਨਹੀਂ ਤੁਸੀਂ ਜਾਣਦੇ ਹੀ ਹੋ ਅਸੀਂ ਕੀ ਕਰਨ ਜਾਣਦੇ ਹਾਂ। ਸੋ ਉਹਨਾਂ ਸਾਰਿਆਂ ਦੇ ਸਿਰ ਵੱਢ ਲਏ ਗਏ। ਸਿਰ ਵੱਢ ਕੇ ਨੇਜਿਆਂ ਦੇ ਉੱਤੇ ਟੰਗ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਆਲੇ ਦੁਆਲੇ ਕੱਟ ਦਿੱਤੇ ਗਏ। ਉਹ ਸ਼ੇਰ, ਉਹ ਬੱਬਰ ਸ਼ੇਰ ਜਿਹਦੇ ਆਲੇ ਦੁਆਲੇ ਸੂਰਮੇ ਖੜ੍ਹਦੇ ਸੀ ਹਮੇਸ਼ਾ, ਅੱਜ ਉਹਦੇ ਆਲੇ ਦੁਆਲੇ ਉਹਨਾਂ ਦੇ ਵੱਡੇ ਹੋਏ ਸਿਰ ਨੇਜਿਆਂ ਤੇ ਟੰਗੇ ਨੇ, ਲਹੂ ਦੀਆਂ ਧਾਰਾਂ ਚੋ ਰਹੀਆਂ ਨੇ। ਚਾਰੇ ਪਾਸੇ ਲਹੂ ਤੇ ਮਿੱਝ ਦਾ ਘਾਣ ਹੋਇਆ ਹੋਇਆ, ਲੱਤਾਂ ਬਾਹਾਂ ਵੱਢ ਵੱਢ ਕੇ ਢੇਰ ਲਾਏ ਪਏ ਨੇ, ਤੇ ਵਿਚਕਾਰ ਉਹ ਗੁਰੂ ਦਸ਼ਮੇਸ਼ ਪਿਤਾ ਦਾ ਉਹ ਸੂਰਮਾ ਬੈਠਾ ਜਿਹੜਾ ਨਿਰਭਉ ਹੈ, ਜਿਹਨੂੰ ਡਰ ਹੀ ਨਹੀਂ। ਉਹਦਾ ਪੁੱਤ, ਉਹਦੀ ਪਤਨੀ ਅੱਖਾਂ ਦੇ ਸਾਹਮਣੇ ਨੇ। ਤੇ ਹੁਣ ਫੇਰ ਪੁੱਛਿਆ ਗਿਆ ਬੰਦਾ ਸਿੰਘ, ਸੋਚ ਲੈ। ਫਰਕਸ਼ੀਅਰ ਫੇਰ ਉਹਨੂੰ ਸਵਾਲ ਕਰ ਰਿਹਾ, ਕਹਿੰਦਾ ਕਿੱਥੇ ਤੇਰੇ ਸੂਰਮੇ ਹੋ ਯੋਧੇ ਜੰਗੀ, ਲੜਨ ਜੋ ਮਲਕੁਲ ਮੌਤ ਨਾਲ ਕਰ ਛਾਤੀ ਨੰਗੀ, ਜਿਨ੍ਹਾਂ ਅੰਦਰ ਲਹੂ ਦੇ ਸੀ ਧਰਤੀ ਰੰਗੀ, ਭੇਟਾ ਹੋ ਗਏ ਜੰਗ ਦੀ ਸਭ ਵੀਰ ਭਚੰਗੀ, ਕੌਣ ਛਡਾਲੂ ਆਣ ਕੇ ਕੋਈ ਰਿਹਾ ਨਾ ਸੰਗੀ, ਆਖੇ ਲੱਗ ਮਨ ਮੇਰੀਆਂ ਕਿਉਂ ਸਹਿਨਾ ਤੰਗੀ,
ਮੌਜਾਂ ਲੈ ਮਨ ਭਾਉਂਦੀਆਂ ਕਿਉਂ ਸਹਿਨਾ ਤੰਗੀ, ਦਿਆਂ ਜਗੀਰਾਂ ਖੁੱਲੀਆਂ ਦੌਲਤ ਮੂੰਹ ਮੰਗੀ, ਹੁਣ ਇਸਲਾਮ ਕਬੂਲ ਲੈ ਗੱਲ ਇਹੋ ਚੰਗੀ। ਹੁਣ ਇਹਨੂੰ ਸਵਾਲ ਕੀਤਾ ਗਿਆ, ਸੋਚ ਲੈ। ਬੰਦਾ ਸਿੰਘ ਨੇ ਗੱਜ ਕੇ ਕਿਹਾ ਅੱਗੋਂ, ਸੁਣ ਗੱਲ ਮੇਰੀ ਲਾ ਧਿਆਨ ਸ਼ਾਹਾ, ਸਮਝਣ ਜਾਨ ਇਮਾਨ ਤੋਂ ਕੀਮਤੀ, ਜੋ ਹੁੰਦੇ ਹੋਰ ਹੀ ਉਹ ਇਨਸਾਨ ਸ਼ਾਹ। ਮਰਦ ਮਰਨ ਪਰ ਅਣਖ ਨਾ ਛੱਡਦੇ ਨੇ, ਜਿਹੜੇ ਸ਼ੇਰਾਂ ਦੀ ਅਸਲ ਸੰਤਾਨ ਸ਼ਾਹ, ਕਦੋਂ ਭੀਖ ਜਗੀਰਾਂ ਦੀ ਲੋੜਦੇ ਨੇ, ਜਿਹੜੇ ਮੁਲਕ ਦੇ ਆਪ ਸੁਲਤਾਨ ਸ਼ਾਹ। ਸਾਡਾ ਦੇਸ਼ ਤੇ ਬਾਦਸ਼ਾਹ ਅਸੀਂ ਇਹਦੇ, ਤੇਰਾ ਕੀ ਜੋ ਦੇਵੇਂਗਾ ਦਾਨ ਸ਼ਾਹ। ਹੋਇਆ ਕੀ ਜੇ ਜੰਗ ਵਿੱਚ ਹਾਰ ਗਏ ਹਾਂ, ਪਰ ਦਿਲੋਂ ਮੋਈ ਨਹੀਂ ਹਲੇ ਸਿੱਖੀ ਆਨ ਸ਼ਾਹ। ਫੜਿਆ ਤੇਰੇ ਜਰਨੈਲਾਂ ਨੇ ਨਾਲ ਧੋਖੇ, ਝੂਠੀ ਖਾਏ ਕੇ ਕਸਮ ਕੁਰਾਨ ਸ਼ਾਹ। ਕਹਿੰਦਾ ਤੈਨੂੰ ਤੂੰ ਫੜ ਲਾਂਦਾ ਸਾਨੂੰ, ਪੈ ਕੇ ਪਿੰਜਰੇ ਭਵਕ ਨਾ ਛੱਡਦੇ ਨੇ, ਜਿਹੜੇ ਸ਼ੇਰਾਂ ਦੀ ਅਸਲ ਸੰਤਾਨ ਸ਼ਾਹ। ਕਹਿੰਦਾ ਉਹਨੂੰ ਫੇਰ ਲਾਲਚ ਦਿੱਤੇ, ਜਗੀਰਾਂ ਲੈ ਲੈ। ਉਹ ਬੰਦਾ ਸਿੰਘਾ ਤੇਰੇ ਵਰਗੇ ਬੰਦੇ ਰੋਜ਼ ਰੋਜ਼ ਨਹੀਂ ਪੈਦਾ ਹੁੰਦੇ। ਫਰਖਸ਼ੀਰ ਤੜਫਿਆ ਪਿਆ ਸੀ, ਕਿਵੇਂ ਇਹਨੂੰ ਆਪਣੇ ਅੰਡਰ ਲੈ ਲਵਾਂ, ਕਿਵੇਂ ਮੇਰਾ ਜਰਨੈਲ ਬਣ ਜੇ। ਉਹ ਕਹਿੰਦਾ ਬੰਦਾ ਸਿਆਂ ਮੇਰੀਆਂ ਫੌਜਾਂ ਦਾ ਸੈਨਾਪਤੀ ਹੋਵੇ, ਉਹ ਪੂਰੇ ਦੁਨੀਆ 'ਚ ਝੰਡੇ ਝੁਲਾ ਦਾਂਗੇ। ਉਹ ਤੇਰੇ ਵਰਗੇ ਜਰਨੈਲ ਰੋਜ਼ ਰੋਜ਼ ਨਹੀਂ ਜੰਮਦੇ। ਕਹਿੰਦਾ ਤਾਂ ਹੀ ਤਾਂ ਕਹਿ ਰਿਹਾ ਕਿ ਮੇਰੇ ਵਰਗੇ ਰੋਜ਼ ਰੋਜ਼ ਨਹੀਂ ਜੰਮਦੇ। ਤੂੰ ਅਜਮਾ ਕੇ ਤਾਂ ਵੇਖ, ਜਿੰਨਾ ਜ਼ੋਰ ਹੈ ਲਾ ਕੇ ਤਾਂ ਵੇਖ। ਤੂੰ ਲਾ ਚੁੱਕੀ ਹੈ। ਜਿਸ ਜਰਨੈਲ ਦਾ ਇੱਕ ਇੱਕ ਬੰਦਾ ਨਹੀਂ ਤੇਰੇ ਤੋਂ ਟੁੱਟਿਆ, ਉਹਦਾ ਬਾਦਸ਼ਾਹ ਟੁੱਟ ਜੂ। ਕਹਿੰਦਾ ਤੈਨੂੰ ਪਤਾ ਨਹੀਂ ਮੈਂ ਹਲੇ ਤੇਰੇ ਨਾਲ ਹੋਰ ਕੀ ਕਰ ਸਕਦਾ। ਕਹਿੰਦਾ ਜਿੰਨੀ ਵਾਹ ਹੈ ਤੂੰ ਲਾ ਤਾਂ ਸਹੀ, ਜਿੰਨੀ ਵਾਹ ਹੈ ਤੂੰ ਲਾ ਤਾਂ ਸਹੀ। ਅਖੀਰ ਮਹਾਰਾਣੀ ਸੁਸ਼ੀਲ ਕੌਰ, ਜਿਨ੍ਹਾਂ ਨੂੰ ਇਤਿਹਾਸ ਨੇ ਅਣਗੌਲਿਆ ਕੀਤਾ, ਸ਼ੁਕਰ ਹੈ ਕੋਸ਼ਿਸ਼ ਕੀਤੀ। ਤੇ ਇਸ ਵਾਰੀ ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਬਹੁਤ ਸਾਰਿਆਂ ਨੇ, ਕਿਉਂਕਿ ਆ ਸ਼ਹਾਦਤ ਦਾ ਦਿਹਾੜਾ ਲੰਘ ਕੇ ਗਿਆ, ਕਿ ਬੀਬਾ ਸੁਸ਼ੀਲ ਕੌਰ ਦਾ ਨਾਮ ਐਤਕੀ ਸ਼ੁਰੂ ਹੋ ਗਿਆ ਆਉਣਾ। ਇਹ ਮੈਨੂੰ ਦਿਲੋਂ ਖੁਸ਼ੀ ਹੋਈ ਹੈ ਕਿ ਉਸ ਮਹਾਰਾਣੀ, ਉਹ ਸਾਡੀ ਕੌਮ ਦੀ ਜਰਨੈਲ ਬੀਬੀ ਭਾਗ ਕੌਰ ਵਾਂਗੂ ਜੂਝਣ ਵਾਲੀ ਔਰ ਅਗਵਾਈ ਕਰਨ ਵਾਲੀ ਬੀਬੀਆਂ ਦੀ, ਔਰ ਹਰੇਕ ਜੰਗ ਵਿੱਚ ਮੂਹਰੇ ਹੋ ਕੇ ਲੜਨ ਵਾਲੀ, ਇਹੋ ਜਿਹੇ ਸਮੇਂ ਵੀ ਨਾਲ ਇਹੋ ਲੜਾਈ 'ਚ। ਇਹ ਧਿਆਨ ਰੱਖਿਓ, ਇਹ ਆਗੂ ਹੁੰਦੇ ਨੇ ਜਿਹੜੇ, ਤੁਸੀਂ ਧਿਆਨ ਮਾਰਿਓ। ਅਨੰਦਪੁਰ ਸਾਹਿਬ ਦੇ ਕਿਲ੍ਹੇ ਵਿੱਚ ਗੁਰੂ ਪਾਤਸ਼ਾਹ ਨੇ ਜੰਗ ਦਾ ਜਦੋਂ ਪਤਾ ਲੱਗਿਆ ਸੀ ਕਿ ਜੰਗ ਸ਼ੁਰੂ ਹੋਣਾ, ਆਪਣੇ ਸਿੱਖਾਂ ਨੂੰ ਪਹਿਲਾਂ ਕਹਿਤਾ ਸੀ ਪਰਿਵਾਰ ਸੁਰੱਖਿਆ ਥਾਵਾਂ 'ਤੇ ਭੇਜ ਦਿਓ। ਆਪਦਾ ਪਰਿਵਾਰ ਨਹੀਂ ਭੇਜਿਆ, ਕਿਉਂਕਿ ਲੋਕਾਂ ਦੇ ਮਨ 'ਚ ਇਹ ਨਾ ਜਾਵੇ ਕਿ ਆਪਦੇ ਬੱਚਿਆਂ ਨੂੰ ਬਚਾਉਣਾ ਚਾਹੁੰਦਾ ਹੈ। ਨਾਲ ਰੱਖੇ ਨੇ, ਚਾਰੇ ਵਾਰੇ ਗਏ, ਪਰ ਇਹ ਨਹੀਂ ਕਿਹਾ ਕਿ ਜਾਓ ਸੌਖੀ ਥਾਂ 'ਤੇ ਲੰਘ ਜਾਓ। ਇਹਨਾਂ ਨੂੰ ਰੂਹ ਪੋਸ਼ ਕਰਕੇ ਕਿਤੇ ਲੁਕੋ ਦਾਨੇ ਆ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਗ੍ਰਿਫਤਾਰ ਹੋਏ ਨੇ, ਪਰਿਵਾਰ ਪਤਾ ਨਹੀਂ ਹੋਰ ਵੀ ਹੋਣਗੇ, ਪਰ ਬਾਬਾ ਜੀ ਦਾ ਵੀ ਨਾਲ ਹੈ। ਉਹ ਚਾਹੁੰਦੇ ਤਾਂ ਕਿਸੇ ਰਾਜੇ, ਕਿਉਂਕਿ ਪਹਾੜੀਆਂ ਦੇ ਨਾਲ ਰਿਸ਼ਤੇਦਾਰੀ ਸੀ, ਉਹਨਾਂ ਦੀ ਬੇਟੀ ਸੀ ਰਾਜੇ ਦੀ, ਕਿਤੇ ਵੀ ਲੁਕੋਇਆ ਜਾ ਸਕਦਾ ਸੀ। ਉਹ ਸ਼ੇਰਨੀ ਮੋਢੇ ਨਾਲ ਮੋਢਾ ਜੋੜ ਕੇ ਖੜੀ ਹੈ, ਕਹਿੰਦੀ ਜਿੱਥੇ ਤੁਸੀਂ ਕਲਗੀਧਰ ਪਾਤਸ਼ਾਹ ਦੇ ਬੱਚੇ ਹੋ, ਮੈਂ ਨਹੀਂ, ਨਾਲ ਲੜੂੰਗੀ। ਮੂਹਰੇ ਹੋ ਕੇ ਲੜਦੀ ਰਹੀ ਹੈ। ਤੇ ਅੱਜ ਉਹਨੂੰ ਸ਼ਹੀਦ ਕਿਵੇਂ ਕੀਤਾ ਗਿਆ, ਮੈਂ ਹਲੇ ਬਿਆਨ ਨਹੀਂ ਕਰ ਸਕਦਾ, ਕਿਉਂਕਿ ਕੱਚੀ ਗੱਲ ਹੋ ਜਾਊਗੀ। ਜੋ ਮੈਂ ਪੜ੍ਹਿਆ ਉਹ ਵੀ ਨਹੀਂ ਮੈਂ ਦੱਸ ਸਕਦਾ। ਤੇ ਮਹਾਰਾਜ ਕਿਰਪਾ ਕਰਨ, ਆਪਾਂ ਸਾਂਝ ਕਰਾਂਗੇ ਕਦੇ। ਹਲੇ ਉਹ ਲਫ਼ਜ਼ ਨਹੀਂ ਮੇਰੇ ਕੋਲੇ ਕਿ ਉਹਨਾਂ ਦੀ ਸ਼ਹਾਦਤ ਨੂੰ ਬਿਆਨ ਕਰ ਸਕਾਂ। ਸੋ ਆਓ ਅੱਗੇ ਤੁਰੀਏ। ਉਹਨਾਂ ਨੂੰ ਸ਼ਹੀਦ ਕੀਤਾ ਗਿਆ, ਮਹਾਰਾਣੀ ਸੁਸ਼ੀਲ ਕੌਰ ਸਾਡੀ ਕੌਮ ਦੀ ਸ਼ੇਰਨੀ ਨੂੰ, ਬਾਬਾ ਜੀ ਦੇ ਸਾਹਮਣੇ। ਪਰ ਧੰਨ ਹੈ ਉਹ ਦ੍ਰਿੜ ਸਿੱਖ, ਯਾਰ ਡੋਲੇ ਨਹੀਂ ਰਿਹਾ। ਫਿਕਰ ਪਤਾ ਉਹਨੂੰ ਕਾਹਦਾ, ਦਰਦ ਦਾ ਨਹੀਂ ਫਿਕਰ, ਪਰਿਵਾਰ ਦਾ ਨਹੀਂ ਫਿਕਰ। ਉਸ ਫੁੱਲਾਂ ਵਾਂਗੂ ਪਾਲੀ ਹੋਈ, ਰਾਜਿਆਂ ਮਹਾਰਾਜਿਆਂ ਨੇ ਪਾਲੀ ਹੋਈ ਆਪਣੀ ਪਤਨੀ ਦਾ ਨਹੀਂ ਫਿਕਰ ਕਿ ਸਾਹਮਣੇ ਜ਼ੁਲਮ ਪਹਿਲਾਂ ਵੀ ਕੀਤਾ, ਕਿੰਨੇ ਮਹੀਨਿਆਂ ਤੋਂ ਕੀ ਕੁਛ ਕੀਤਾ ਉਹਦੇ ਨਾਲ। ਮੈਂ ਫੇਰ ਕਹਿ ਰਿਹਾ, ਮੈਂ ਬਿਆਨ ਨਹੀਂ ਕਰ ਸਕਦਾ ਕਿ ਉਹਦੇ ਨਾਲ ਕੀ ਕੁਛ ਹੋਇਆ। ਉਹਦਾ ਫਿਕਰ ਨਹੀਂ, ਪੌਣੇ 4 ਸਾਲ ਦੇ ਮਾਸੂਮ ਅਜੇ ਸਿੰਘ ਦਾ ਫਿਕਰ ਨਹੀਂ। ਫਿਕਰ ਪਤਾ ਕਿਸ ਗੱਲ ਦਾ, ਸਿੱਖੀ ਸਿਦਕ ਦਾ, ਔਰ ਗੁਰੂ ਦੇ ਨਾਮ ਦਾ ਤੇ ਗੁਰੂ ਦੀ ਲਾਜ ਦਾ, ਵੀ ਉਹਨੂੰ ਨਾ ਦਾਗ ਲੱਗ ਜੇ ਕਿਤੇ, ਉਹ ਤੇ ਉਂਗਲ ਨਾ ਆ ਜੇ ਵੀ ਆਹ ਗੁਰੂ ਦਾ ਸਿੱਖ ਹੈ। ਆਹ ਫਿਕਰ ਹੈ। ਤੇ 4 ਸਾਲ ਦਾ ਪੁੱਤ ਗੋਦੀ 'ਚ ਬਿਠਾਤਾ, ਹੱਥਕੜੀਆਂ ਤੇ ਬੇੜੀਆਂ ਨਾਲ ਨੂੜਿਆ ਹੋਇਆ ਬੰਦਾ ਸਿੰਘ ਨੂੰ। ਇੱਕ ਹੱਥ ਖੋਲ੍ਹਿਆ ਗਿਆ ਸਿਰਫ, ਤੇ ਗੋਦੀ 'ਚ ਬੱਚਾ ਸੁੱਟਿਆ। ਕਿੰਨੇ ਮਹੀਨਿਆਂ ਬਾਅਦ
ਜੱਫੀ ਪਾ ਕੇ ਉਹ ਜਵਾਕ ਮਿਲਿਆ ਹੋਣਾ ਜਿਹਨੂੰ ਆਪਦਾ ਬਾਪ ਮਿਲਿਆ ਹੈ, ਤੇ ਭੁੱਖਾ ਪਿਆਸਾ ਵੀ ਹੈ। ਕਿਸ ਹਾਲਤ 'ਚ ਹੋਣਾ ਜਿਹੜਾ ਪਹਿਲਾਂ ਫੁੱਲਾਂ ਵਾਂਗੂ ਪਾਲਿਆ ਹੋਇਆ। ਕਦੇ ਆਪਦੇ ਬੱਚਿਆਂ ਬਾਰੇ ਸੋਚ ਕੇ ਦੇਖਿਓ, ਕਦੇ ਬੁਖਾਰ ਵੀ ਚੜ੍ਹ ਜੇ ਨਾ ਆਪਦੇ ਜਵਾਕ ਨੂੰ, ਮਰਨ ਵਾਲਾ ਹੋ ਜਾਂਦਾ ਪਰਿਵਾਰ। ਡਾਕਟਰਾਂ ਨੂੰ ਵੀ ਬਦਲਦੇ ਫਿਰਦੇ ਆ, ਉਹਦੇ ਕੋਲੇ ਲੈ ਜਾਈਏ, ਉਹਦੇ ਕੋਲੇ ਲੈ ਜਾਈਏ। ਸ਼ਾਇਰ ਲਿਖਦਾ, ਕਹਿੰਦਾ ਪੁੱਤਾਂ ਵਾਲਿਓ ਜੱਗ ਦਾ ਪੁੱਤ ਮੇਵਾ, ਹੁੰਦੇ ਮਾਪਿਆਂ ਦੀ ਜਿੰਦ ਜਾਨ ਪੁੱਤਰ। ਪੁੱਤਾਂ ਪਰਾਂ ਤੇ ਉੱਡਦੀ ਫਿਰੇ ਦੁਨੀਆ, ਮਾਪੇ ਜਿਸਮ ਤੇ ਵਿੱਚ ਪ੍ਰਾਣ ਪੁੱਤਰ। ਜਿਉਂਦੀ ਜਾਨ ਸਹਾਰਾ ਨੇ ਜ਼ਿੰਦਗੀ ਦਾ, ਮੋਏ ਹੋਇਆਂ ਦੇ ਵਿੱਚ ਨਿਸ਼ਾਨ ਪੁੱਤਰ। ਸੀਤਲ ਪੁੱਤਰਾਂ ਬਾਝ ਨਾ ਸੋਹਣ ਮਾਪੇ, ਹੁੰਦੇ ਮਾਪਿਆਂ ਦੀ ਆਨ ਸ਼ਾਨ ਪੁੱਤਰ। ਗੋਦੀ 'ਚ ਪਾਤਾ, ਘੁੱਟ ਕੇ ਆ ਕੇ ਪਿਤਾ ਨੂੰ ਮਿਲਿਆ, ਕਿਉਂਕਿ ਬੱਚਿਆਂ ਲਈ ਮਾਂ ਬਾਪ ਹੀ ਸਭ ਤੋਂ ਸੁਰੱਖਿਅਤ ਥਾਂ ਹੁੰਦੇ ਨੇ ਤੇ ਪਿਆਰੇ ਹੁੰਦੇ ਨੇ। ਗਲ ਨੂੰ ਚਿੰਬੜਿਆ, ਉਹਨੇ ਵੀ ਘੁੱਟ ਕੇ ਸੀਨੇ ਨਾਲ ਲਾਇਆ, ਮੱਥਾ ਚੁੰਮਿਆ। ਜਦੋਂ ਮੱਥਾ ਚੁੰਮ ਰਿਹਾ ਤਾਂ ਕਾਜੀ ਨੇ ਕਟਾਰ ਫੜਾਈ ਹੈ, ਕਹਿੰਦਾ ਬੰਦਾ ਸਿੰਘਾ ਫੜ ਛੁਰਾ, ਕਤਲ ਕਰ ਆਪਣੇ ਮੁੰਡੇ ਨੂੰ। ਇਹ ਹੁਕਮ ਹੈ, ਸ਼ਾਹੀ ਫਰਮਾਨ ਹੈ। ਆਹ ਫਰਮਾਨ ਪੁੱਤਰ ਨੂੰ ਝਟਕਾਉਣ ਦਾ। ਬੰਦਾ ਸਿੰਘ ਨੇ ਜਵਾਬ ਦਿੱਤਾ, ਕਹਿਣ ਲੱਗਿਆ ਕਾਜੀ, ਨਾਲੇ ਫਰਕਸ਼ਰ ਨੂੰ ਕਹਿੰਦਾ ਬਾਦਸ਼ਾਹ, ਇਹ ਤਾਂ ਮੇਰਾ ਪੁੱਤ ਹੈ ਨਾ, ਇਹਦੀ ਥਾਂ ਤੇ ਤੇਰਾ ਪੁੱਤ ਵੀ ਮੇਰੀ ਗੋਦੀ 'ਚ ਹੁੰਦਾ ਨਾ, ਤੇਰਾ ਪੁੱਤ, ਤਾਂ ਮੈਂ ਤਾਂ ਕੀ ਦੁਨੀਆ ਦੀ ਕਿਸੇ ਤਾਕਤ ਦੀ ਇੰਨੀ ਜ਼ਰੂਰਤ ਨਹੀਂ ਸੀ ਕਿ ਉਹਦੇ ਵੱਲ ਝਾਕ ਜਾਂਦਾ। ਮੈਂ ਤਾਂ ਜੰਗ ਵਿੱਚ ਕਦੇ ਆਪਣੇ ਦੁਸ਼ਮਣ ਦੇ ਬੱਚਿਆਂ ਨੂੰ ਨਹੀਂ ਹੱਥ ਲਾਇਆ, ਨਾ ਕਿਸੇ ਨੂੰ ਮਾਰਨ ਦਿੱਤਾ। ਤੇ ਤਾਂ ਮੇਰਾ ਪੁੱਤ ਹੈ, ਕਿਹੋ ਜਿਹੀ ਉਮੀਦ ਕਰਦਾ ਤੂੰ ਮੇਰੇ ਕੋਲੋਂ? ਕਹਿੰਦੇ ਫਿਰ ਅਸੀਂ ਮਾਰਾਂਗੇ। ਕਹਿੰਦਾ ਤੁਸੀਂ ਤਾਂ ਕਰੋਗੇ ਮੈਨੂੰ ਪਤਾ ਹੈ, ਪਰ ਮੇਰੇ ਕੋਲੋਂ ਉਮੀਦ ਨਾ ਰੱਖ। ਤੇ ਇਤਿਹਾਸ ਲਿਖਦਾ ਹੈ, ਬਾਬਾ ਬੰਦਾ ਸਿੰਘ ਬਹਾਦਰ ਦੀ ਗੋਦੀ ਦੇ ਵਿੱਚ ਉਸ ਪੌਣੇ 4 ਸਾਲ ਦੇ ਅਜੈ ਸਿੰਘ ਨੂੰ ਲਟਾਇਆ ਗਿਆ। ਜਿਉਂਦੇ ਦੀ ਛਾਤੀ ਚੀਰੀ ਗਈ ਹੈ। ਬੱਚੇ ਦੀਆਂ ਚੀਕਾਂ ਨੇ, ਕਲਕਾਰੀਆਂ ਨੇ ਅਸਮਾਨ ਗੰਜਾਤਾ, ਧਰਤੀ ਵੀ ਕੰਬ ਉੱਠੀ, ਪਰ ਉਹਨਾਂ ਬੇਗੈਰਤਾਂ, ਬੇਦੀਨਿਆਂ, ਬੇਧਰਮੀਆਂ ਦਾ ਦਿਲ ਨਹੀਂ ਡੋਲਿਆ। ਜਿਉਂਦੇ ਦੀ ਛਾਤੀ ਚਾਕ ਕਰਕੇ ਵਿੱਚ ਧੜਕਦਾ ਹੋਇਆ ਦਿਲ ਕੱਢਿਆ, ਧੜਕਦਾ ਹੋਇਆ ਦਿਲ ਕੱਢਿਆ। ਤੇ ਉਹ ਦਿਲ ਕੱਢ ਕੇ ਹਾਲੇ ਦਿਲ ਨਹੀਂ ਭਰਿਆ ਉਹਨਾਂ ਦਾ, ਉਸ ਦਿਲ ਨੂੰ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ 'ਚ ਤੁੰਨਿਆ ਗਿਆ। ਕੋਹੇ ਗਏ ਉਸ ਬਾਲ ਦਾ ਲੁੱਸ-ਲੁੱਸ ਕਰਦਾ ਦਿਲ, ਪਿਓ ਦੇ ਮੂੰਹ ਵਿੱਚ ਪਾਇਆ ਤਾਂ ਜੋ ਜਾਵੇ ਡੋਲ। ਇਸ ਕਰੜੀ ਅਜਮੈਸ਼ ਵਿੱਚ ਬੰਦਾ ਰਿਹਾ ਅਡੋਲ, ਰੋਵੇਗਾ ਇਤਿਹਾਸ ਵੀ ਆਪਣੇ ਪੰਨੇ ਫੋਲ। ਪਿਓ ਦੇ ਮੂੰਹ 'ਚ ਤੁੰਨਿਆ ਗਿਆ, ਦਿਲ ਹਲੇ ਵੀ ਨਹੀਂ ਭਰਿਆ। ਬੱਚੇ ਦੇ ਰੱਤ ਦੇ, ਖੂਨ ਦੇ ਜੋ ਨਹਿਰਾਂ ਵਗੀਆਂ ਉੱਥੇ, ਉਹਦੀਆਂ ਬੁੱਕਲਾਂ ਭਰ ਭਰ ਕੇ, ਉਹਦੀਆਂ ਬੁੱਕਾਂ ਭਰ ਭਰ ਕੇ ਬੰਦਾ ਸਿੰਘ ਬਹਾਦਰ ਦੇ ਮੂੰਹ ਉੱਤੇ ਡੋਲਿਆ ਗਿਆ। ਫੇਰ ਵੀ ਨਹੀਂ ਭਰਿਆ। ਫਿਰ ਉਸ ਬੱਚੇ ਦੇ ਹੱਥ ਪੈਰ ਕੱਟੇ ਗਏ, ਮਾਸੂਮ ਪੈਰ, ਇੰਨੇ ਇੰਨੇ ਕੁ ਪੈਰ ਹੋਣਗੇ, ਇੰਨੇ ਇੰਨੇ ਕੁ ਹੱਥ ਹੋਣਗੇ ਉਸ ਬੱਚੇ ਦੇ, ਕਿੱਡੇ ਕਿੱਡੇ ਹੋਣਗੇ। ਉਹਨਾਂ ਹੱਥਾਂ ਪੈਰਾਂ ਦੇ ਟੁਕੜੇ ਕੀਤੇ ਗਏ, ਸਰੀਰ ਦੇ ਟੁਕੜੇ ਟੁਕੜੇ ਕੀਤੇ, ਹਾਰ ਪਰੋਇਆ ਗਿਆ। ਉਹਦਾ ਹਾਰ ਬਣਾ ਕੇ, ਆਪਦੇ ਪੁੱਤ ਦੇ ਟੁਕੜਿਆਂ ਦਾ ਹਾਰ ਬਣਾ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਇਆ ਗਿਆ ਤੇ ਕੱਟਿਆ ਹੋਇਆ ਸਿਰ ਬੱਚੇ ਦਾ ਬਾਬਾ ਜੀ ਦੀ ਗੋਦੀ 'ਚ ਰੱਖਿਆ ਗਿਆ। ब्रह्म ज्ञानी को धीरज एक, जो बसूदा को खोदै को चंदन लेप। आ है ब्रह्म ज्ञानी। साडे वाले एडे एडे ढिड्डल आपदे आप नूं ब्रह्म ज्ञानी कहाउंदे ने। एसियां च बह के ब्रह्म ज्ञानी बनना तो बहुत सौखा है। ਲੱਖਾਂ ਕਰੋੜਾਂ ਦੀਆਂ ਗੱਡੀਆਂ, ਆਲੀਸ਼ਾਨ, ਪੈਰ ਪੁਜਾਉਣੇ, ਖੁਰੜੇ ਪੁਜਾਉਣੇ ਕਹੂੰਗਾ ਮੈਂ ਤਾਂ, ਪੈਰ ਤਾਂ ਕਾਹਦੇ ਨੇ ਇਹਨਾਂ ਦੇ, ਖੁਰੜੇ ਨੇ, ਉਹਨਾਂ ਤੇ ਮੱਥੇ ਟਿਕਾਉਣੇ ਬਹੁਤ ਸੌਖੇ ਨੇ। ਆਹ ਬ੍ਰਹਮ ਗਿਆਨੀ ਬਣ ਕੇ ਦਿਖਾਓ ਨਾ। ਹੈ ਕੋਈ ਬੰਦਾ ਸਿੰਘ ਬਹਾਦਰ ਦੇ ਸਮੇਂ 'ਚ ਇੱਕ ਵੀ ਸੰਤ ਨਿਤਰਿਆ ਹੋਵੇ? ਇੱਕ ਸਿੰਗਲ ਬੰਦਾ ਬਹਾਦਰ ਛੱਡੋ, ਮਹਾਰਾਜਾ ਰਣਜੀਤ ਸਿੰਘ ਦੇ ਕਾਲ 'ਚ ਦਿਖਾ ਦਿਓ ਮੈਨੂੰ ਇੱਕ ਵੀ ਸੰਤ ਹੋਵੇ। ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਵੀ 30-40 ਸਾਲ ਬਾਅਦ ਤੱਕ ਮੈਨੂੰ ਕੋਈ ਸੰਤ ਦਿਖਾ ਦਿਓ ਜੇ ਕੋਈ ਤੁਹਾਨੂੰ ਦਿਸ ਜੇ। ਕੋਈ ਨਹੀਂ ਆਊਗਾ। ब्रह्म ज्ञानी को धीरज एक, ज्यों बसौदा को खोदै को चंदन लेप। एहो जा वड्डा जुल्म हो गया, डोलिया नहीं। बरखशियर फिर तिलमला उठिया, कहंदा बंदा सिंह हाले भी सोच लै, तेरी मौत इदों भयानक होगी। अख भर के देखिए,
ਕਹਿੰਦਾ ਹੋਰ ਕੋਸ਼ਿਸ਼ ਕਰ ਲੈ। ਫਿਰ ਉਹਨੂੰ ਗੁੱਸੇ ਜਾ ਕੇ ਪੁੱਛਦਾ, ਬੰਦਾ ਸਿੰਘ ਤੂੰ ਕਿਹੜੀ ਮੌਤ ਮਰਨਾ ਚਾਹੁੰਦਾ, ਕਿੱਦਾਂ ਦੀ ਮੌਤ ਦੇਵਾਂ ਤੈਨੂੰ? ਤਾਂ ਉਹਨੇ ਜਵਾਬ, ਇਹੀ ਸਵਾਲ ਸਿਕੰਦਰ ਨੇ ਪੋਰਸ ਨੂੰ ਪੁੱਛਿਆ ਸੀ ਜਦੋਂ ਪੋਰਸ ਹਾਰ ਗਿਆ ਸਿਕੰਦਰ ਮਹਾਨ ਕੋਲੋਂ। ਉਹਨੇ ਹਾਰੇ ਹੋਏ ਬਾਦਸ਼ਾਹ ਨੂੰ ਪੁੱਛਿਆ ਕਿ ਪੋਰਸ ਦੱਸ ਤੇਰੇ ਨਾਲ ਕਿਹੋ ਜਿਹਾ ਸਲੂਕ ਕੀਤਾ ਜਾਵੇ। ਤਾਂ ਪੋਰਸ ਨੇ ਕਿਹਾ ਸੀ ਜੋ ਇੱਕ ਬਾਦਸ਼ਾਹ ਨੂੰ ਦੂਜੇ ਬਾਦਸ਼ਾਹ ਦੇ ਨਾਲ ਕਰਨਾ ਚਾਹੀਦਾ ਹੈ। ਔਰ ਸਿਕੰਦਰ ਇਹ ਜਵਾਬ ਸੁਣ ਕੇ ਇੰਨਾ ਖੁਸ਼ ਹੋਇਆ, ਉਹਦਾ ਰਾਜ ਭਾਗ ਉਹਨੂੰ ਦੇ ਗਿਆ। ਹੁਣ ਅੱਜ ਸਵਾਲ ਫੇਰ ਇੱਕ ਬਾਦਸ਼ਾਹ ਨੂੰ ਦੂਜਾ ਬਾਦਸ਼ਾਹ ਪੁੱਛ ਰਿਹਾ, ਫਰਕਸ਼ੀਅਰ ਪੁੱਛ ਰਿਹਾ ਬਾਬਾ ਬੰਦਾ ਸਿੰਘ ਜੀ ਨੂੰ ਕਿ ਬੰਦਾ ਸਿੰਘ ਦੱਸ ਤੈਨੂੰ ਮੌਤ ਕਹੀ ਜੀ ਚਾਹੀਦੀ ਹੈ? ਤਾਂ ਬੰਦਾ ਸਿੰਘ ਤੋਂ ਜੋ ਉਮੀਦ ਸੀ, ਜੋ ਉਸ ਵਰਗੇ ਸੂਰਮੇ ਤੋਂ ਹੀ ਆਸ ਕੀਤੀ ਜਾ ਸਕਦੀ ਹੈ, ਉਹਨੇ ਉਹੀ ਜਵਾਬ ਦਿੱਤਾ ਹੈ। ਕਹਿੰਦਾ ਬਾਦਸ਼ਾਹ ਮੈਨੂੰ ਉਹ ਮੌਤ ਦੇ ਜਿਹੜੀ ਮੌਤ ਤੂੰ ਚਾਹੁੰਦਾ ਹੈ। ਹੁਣ ਬੜੀਆਂ ਡੂੰਘੀਆਂ ਗੱਲਾਂ ਨੇ, ਇਹਦੀਆਂ ਅਰਥ ਜੋ ਮਰਜ਼ੀ ਆਪਾਂ ਕੱਢ ਲਈਏ। ਇੱਕ ਤਾਂ ਇਹ ਹੈ ਅਸਲ ਅਰਥ ਜੋ ਇਹਦੇ ਨੇ ਕਿ ਮੈਨੂੰ ਉਹ ਮੌਤ ਦੇ ਜੋ ਇੱਕ ਬਾਦਸ਼ਾਹ ਨੂੰ ਮਿਲਣੀ ਚਾਹੀਦੀ ਹੈ, ਭਾਵ ਇੱਜ਼ਤਦਾਰ ਮੌਤ, ਜਿਹਦੀ ਉਹਨਾਂ ਕੋਲ ਉਮੀਦ ਨਹੀਂ ਸੀ। ਇਹ ਬੰਦਾ ਸਿੰਘ ਵੀ ਜਾਣਦਾ ਸੀ। ਤੇ ਦੂਜਾ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਉਸ ਸੂਰਮੇ ਦੇ ਬੋਲ ਫਿਰ ਖਰੇ ਵੀ ਹੋਏ ਨੇ। ਜਿਸ ਢੰਗ ਦੇ ਨਾਲ ਬਾਬਾ ਜੀ ਨੂੰ ਉਹਨੇ ਸ਼ਹੀਦ ਕੀਤਾ, 1 ਸਾਲ ਦੇ ਅੰਦਰ ਅੰਦਰ ਉਸੇ ਢੰਗ ਦੇ ਨਾਲ ਸੈਯਦ ਭਰਾਵਾਂ ਨੇ ਟੌਰਚਰ ਕਰਕੇ, ਅੱਖਾਂ ਕੱਢ ਕੇ, ਟੁਕੜੇ ਟੁਕੜੇ ਕਰਕੇ ਮਾਰਿਆ ਸੀ, ਅੰਨਾ ਕਰਕੇ, ਜਿਵੇਂ ਬਾਬਾ ਜੀ ਨੂੰ ਸ਼ਹੀਦ ਕੀਤਾ। ਜਦੋਂ ਇਹੋ ਜਿਹਾ ਜਵਾਬ ਸੁਣਿਆ ਫਿਰ ਅੱਗ ਲੱਗ ਉੱਠੀ। ਲਾਸਟ ਵਾਰੇ ਫਿਰ ਕਾਜੀ ਨੇ ਆ ਕੇ ਪੁੱਛਿਆ, ਇਸਲਾਮ ਜਾਂ ਮੌਤ? ਫਤਿਹ ਗਜਾ ਕੇ ਸਿੰਘ ਨੇ ਧੌਣ ਅੱਗੇ ਕੀਤੀ, ਕਹਿੰਦੇ ਐ ਨਹੀਂ ਮਾਰਦੇ ਤੈਨੂੰ। ਗਰਮ ਜੰਬੂਰਾਂ ਕੀਤੀਆਂ ਗਈਆਂ ਨੇ, ਲਾਲ ਸੁਰਖ, ਜਿਹਨੂੰ ਆਪਾਂ ਪਲਾਸ ਟਾਈਪ ਕਹਿ ਦਿੰਦੇ ਹਾਂ। ਜੰਬੂਰ ਹੋਰ ਹੁੰਦੀ ਹੈ, ਪਰ ਅੱਜ ਕੱਲ੍ਹ ਜੰਬੂਰਾਂ, ਅੱਜ ਕੱਲ੍ਹ ਦੀ ਜਨਰੇਸ਼ਨ ਨੂੰ ਪਤਾ ਨਹੀਂ ਹੋਣਾ। ਜੰਬੂਰ ਹੁੰਦੀ ਹੈ ਕਿਸੇ ਚੀਜ਼ ਨੂੰ ਖਿੱਚਣਾ, ਜਿਵੇਂ ਕਿੱਲ ਜੇ ਕਿਸੇ ਕੰਧ ਵਿੱਚੋਂ ਆਪਾਂ ਬਾਹਰ ਪੱਟਣਾ ਤਾਂ ਉਹਨੂੰ ਜਮੂਰ ਵਰਤੀ ਜਾਂਦੀ ਹੈ। ਉਹ ਗਰਮ ਤੇ ਲਾਲ ਸੁਰਖ ਜਮੂਰਾਂ ਕਰਕੇ ਬਾਬਾ ਬੰਦਾ ਸਿੰਘ ਜੀ ਬਹਾਦਰ ਦੀਆਂ ਬੋਟੀਆਂ ਨੋਚੀਆਂ ਗਈਆਂ ਨੇ ਪਿੰਡੇ ਦੇ ਉੱਤੋਂ, ਟੁਕੜੇ ਕੱਢ ਲਏ ਸਰੀਰ ਚੋਂ ਮਾਸ ਦੇ। ਫਿਰ ਖੱਬੀ ਅੱਖ ਭੰਨੀ ਗਈ ਉਸ ਕੌਮ ਦੇ ਸ਼ੇਰ ਦੀ। ਫਿਰ ਖੱਬਾ ਹੱਥ ਵੱਢਿਆ ਗਿਆ। ਫਿਰ ਸੱਜੀ ਅੱਖ ਭੰਨੀ ਗਈ। ਫਿਰ ਪੈਰ ਵੱਢਿਆ ਗਿਆ। ਫਿਰ ਸੱਜਾ ਹੱਥ ਵੀ ਆਜ਼ਾਦ ਕਰਤਾ ਤੇ ਖੱਬਾ ਤੇ ਸੱਜਾ ਪੈਰ ਦੋਨੋਂ ਉਹ ਆਜ਼ਾਦ ਕਰਤੇ। ਬੰਦ ਬੰਦ ਕੱਟੇ ਗਏ, ਅੱਖਾਂ ਦੋਨੋਂ ਕੱਢੀਆਂ ਗਈਆਂ ਸਲਾਖਾਂ ਨਾਲ। ਇਹੋ ਜੀ ਮੌਤ, ਇਹੋ ਜੀ ਵਿਹਾਰ ਦੁਨੀਆ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿਸੇ ਹਾਰੇ ਹੋਏ ਬਾਦਸ਼ਾਹ ਦੇ ਨਾਲ ਜੇਤੂ ਬਾਦਸ਼ਾਹ ਨੇ ਕੀਤਾ ਹੋਣਾ, ਜੋ ਸਲੂਕ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਕੀਤਾ ਗਿਆ। ਇਹੋ ਜੀ ਦਰਦਨਾਕ ਮੌਤ ਦਿੱਤੀ ਗਈ। ਪਰ ਧੰਨ ਸੀ ਉਹ ਗੁਰੂ ਕਾ ਲਾਲ, ਪਤਾ ਹੀ ਨਹੀਂ ਕਿਹੜੀ ਮਿੱਟੀ ਦਾ ਬਣਿਆ ਸੀ, ਕੀ ਉਹਦੇ ਅੰਦਰ ਸੀ, ਕਿੰਨੀ ਕੁ ਸਹਿਣਸ਼ੀਲਤਾ। ਗੁਰਬਾਣੀ ਵਿੱਚ ਲਿਖਿਆ ਹੋਇਆ ਸੰਪੂਰਨ ਸਿੱਖ ਸੀ ਬੰਦਾ ਸਿੰਘ ਬਹਾਦਰ। ਗੁਰੂ ਦਾ ਸਾਜਿਆ ਹੋਇਆ ਸੰਤ ਸਿਪਾਹੀ ਸੀ ਬੰਦਾ ਸਿੰਘ ਬਹਾਦਰ। ਕੌਮ ਦਾ ਅਨਮੋਲ ਹੀਰਾ, ਜਿਉਂਦੀ ਜਾਗਦੀ ਗੁਰੂ ਪਾਤਸ਼ਾਹ ਦੀ ਘੜੀ ਹੋਈ ਮੂਰਤ। ਜਦੋਂ ਉਹਦੇ ਤੇ ਜ਼ੁਲਮ ਹੋ ਰਿਹਾ ਸੀ, ਬੱਚੇ ਨੂੰ ਕਤਲ ਕੀਤਾ ਜਾ ਰਿਹਾ, ਪਤਨੀ ਤੇ ਤਸ਼ੱਦਦ ਢਾਹਿਆ ਗਿਆ, ਸੂਰਮੇ ਉਹਦੇ ਨਾਲ ਦੇ ਕਤਲ ਕੀਤੇ ਗਏ। ਕਹਿੰਦੇ ਉਹ ਇੱਕ ਪੱਥਰ ਦੀ ਮੂਰਤੀ ਵਾਂਗੂ ਸ਼ਾਂਤ ਚਿੱਤ ਬਾਣੀ ਪੜ੍ਹਦਾ ਹੋਇਆ ਬੈਠਾ ਸੀ। ਕਮਾਲ ਦੀ ਗੱਲ ਹੈ, ਉਹ ਬਾਣੀ 'ਚ ਜੁੜਿਆ ਹੋਇਆ, ਜਿਹੜੀ ਬਾਣੀ ਤੋਂ ਅੱਜ ਸਾਨੂੰ ਤੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸੋ ਉਸ ਸੂਰਮੇ ਨੂੰ ਅਖੀਰ ਦੇ ਵਿੱਚ ਤੇਗ ਦੇ ਨਾਲ ਸਿਰ ਜੁਦਾ ਕੀਤਾ ਗਿਆ, ਹੱਸ ਸ਼ਹੀਦੀ ਪਾ ਗਿਆ, ਪਰ ਧਰਮ ਤੋਂ ਨਹੀਂ ਡੋਲਿਆ। ਗੁਰੂ ਪਾਤਸ਼ਾਹ ਦੇ ਨਾਮ ਨੂੰ ਦਾਗ ਨਹੀਂ ਲੱਗਣ ਦਿੱਤਾ। ਇਹ ਵੱਖਰੀ ਗੱਲ ਹੈ ਕਿ ਅਸੀਂ ਔਰ ਇਤਿਹਾਸ ਇਨਸਾਫ ਅੱਜ ਤੱਕ ਵੀ ਬਾਬਾ ਬੰਦਾ ਸਿੰਘ ਬਹਾਦਰ ਨਾਲ ਨਹੀਂ ਕਰ ਸਕੇ। ਅੱਜ ਤੱਕ ਵੀ ਉਹਨੂੰ ਉਹ ਰੁਤਬਾ, ਉਹ ਥਾਂ ਨਹੀਂ ਮਿਲ ਸਕਿਆ ਜੋ ਬਾਬਾ ਬੰਦਾ ਸਿੰਘ ਬਹਾਦਰ ਨੂੰ ਮਿਲਣਾ ਚਾਹੀਦਾ ਸੀ। ਪਿਤਾ ਦਸ਼ਮੇਸ਼ ਤੋਂ ਬਾਅਦ, ਗੁਰੂ ਕਾਲ ਤੋਂ ਬਾਅਦ ਅੱਜ ਤੱਕ ਇੱਕ ਸਿੰਗਲ ਬੰਦਾ ਲੱਭ ਕੇ ਦਿਖਾ ਦਿਓ ਇਹਦੇ ਨਾਲ ਦੇ ਕਰੈਕਟਰ ਦਾ, ਸਾਰੇ ਸਿੱਖ ਇਤਿਹਾਸ 'ਚੋਂ।
ਜਿੰਨੇ ਯੋਧੇ ਜਿੰਨੇ ਸ਼ਹੀਦ ਹੋਏ ਨੇ ਸਾਰੇ ਦੇ ਸਾਰੇ ਸਤਿਕਾਰਯੋਗ ਨੇ, ਪਰ ਜੇ ਆਪਾਂ ਬਿਠਾ ਕੇ ਤੁਲਨਾ ਕਰੀਏ ਨਾ, ਇਹਦੇ ਲੈਵਲ ਦਾ ਇੱਕ ਵੀ ਨਹੀਂ ਲੱਗ ਸਕਦਾ। ਪਰ ਅਸੀਂ ਹੋਰਾਂ ਨੂੰ ਤਾਂ ਸਿਰ 'ਤੇ ਬਹੁਤ ਜ਼ਿਆਦਾ ਚੱਕਿਆ ਹੋਇਆ ਹੈ, ਇਹ 'ਚ ਕੋਈ ਦੋ ਰਾਮਾ ਨਹੀਂ। ਮੈਂ ਵਿਤਕਰਾ ਨਹੀਂ ਕਰਦਾ ਯੋਧਿਆਂ 'ਚ, ਪਰ ਜਿਹਦਾ ਜੋ ਰੁਤਬਾ ਹੈ ਉਹ ਮਿਲਣਾ ਚਾਹੀਦਾ ਹੈ। ਸਰਬੋਤਮ ਬਾਬਾ ਬੰਤਾ ਸਿੰਘ ਬਹਾਦਰ ਹੈ, ਰਹਿਣਾ ਚਾਹੀਦਾ ਹੈ, ਔਰ ਆਉਣ ਵਾਲੇ ਸਮੇਂ 'ਚ ਇਹ ਆਊਗਾ। ਠੀਕ ਹੈ ਜੀ, ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ, ਮੈਂ ਇੱਥੇ ਹੀ ਫਤਿਹ ਬੁਲਾਊਂ। ਬਸ ਦੋ ਕੁ ਗੱਲਾਂ ਸਾਂਝੀਆਂ ਕਰ ਜਾਵਾਂ। ਮੇਰੇ ਵੀਰ ਨੇ ਸੁੱਖੀ ਨੇ ਇੱਕ ਕੁਐਸਚਨ ਕੀਤਾ ਕਿ ਹਿਰਨੀ ਹੁਰਨੀ ਵਾਲੀ ਜਿਹੜੀ ਘਟਨਾ, ਵੀਰੇ ਘਟਨਾਵਾਂ ਤਾਂ ਨਾ, ਇਹ ਤਾਂ ਬੰਦਾ ਸਿੰਘ ਬਹਾਦਰ ਤੱਕ ਬੁਝਾਰਤ ਹੈ ਬਹੁਤ ਵੱਡੀ, ਆਪਾਂ ਸਾਂਝ ਕਰਾਂਗੇ ਅੱਗੇ। ਵੈਸੇ ਮੈਂ ਪਹਿਲਾਂ ਕਰ ਵੀ ਆਇਆ, ਅਣਜਾਣ ਬੰਦਾ ਨਹੀਂ ਤੇ ਉਹ ਤਾਂ ਗੁਰੂ ਦਾ ਸਾਜਿਆ ਹੋਇਆ, ਤਿਆਰ ਕੀਤਾ ਹੋਇਆ ਇੱਕ ਖਾਸ ਕਿਸਮ ਸੀ। ਕਰੀਏ ਆਪਾਂ ਨੇ ਪਿਛਲੇ ਐਪੀਸੋਡ, ਤੁਸੀਂ ਬੈਕ ਜਾ ਕੇ ਚੈੱਕ ਕਰ ਲਿਓ, ਮੇਰੇ ਸਾਰੇ ਪਏ ਨੇ। ਮੇਰੇ YouTube ਦੇ ਉੱਤੇ ਵੀ ਮੈਂ ਚੈਨਲ ਬਣਾ ਕੇ ਉੱਤੇ ਪਾਈ ਜਾਂਦਾ ਹੁਣ ਆਪਦੇ ਸਾਰੇ ਹੀ ਐਪੀਸੋਡ, ਕਮਰਦੀਪ ਸਿੰਘ ਪੰਨੂ ਦੇ ਨਾਮ ਨਾਲ ਬਣਿਆ ਹੋਇਆ। ਤੁਸੀਂ ਪਿਛਲੇ ਉਹ 'ਚ ਚੈੱਕ ਕਰ ਲਿਓ ਜਾ ਕੇ, ਸਾਰੇ ਤੁਹਾਨੂੰ ਲੱਭ ਜਾਣਗੇ, ਪਾਇਆ ਹੋਇਆ। ਸੋ ਇਹ ਸੀ, ਆਪਾਂ ਬਾਕੀ ਹੁਣ ਕੱਲ੍ਹ ਨੂੰ ਸਾਂਝ ਕਰਾਂਗੇ, ਕਿਉਂਕਿ ਸਮਾਂ ਆਪਣਾ ਪੂਰਾ ਹੋ ਗਿਆ। ਕਿਉਂਕਿ ਕਈ ਸੱਜਣਾ ਵੱਲੋਂ ਹੁਕਮ ਸੀ ਕਿ ਜ਼ਿਆਦਾ ਟਾਈਮ ਨਾ ਲਾਇਆ ਕਰੋ, ਪੌਣਾ ਕੁ ਘੰਟਾ ਬਹੁਤ ਹੁੰਦਾ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਮੈਨੂੰ ਛੁੱਟੀਆਂ ਨੇ ਹੁਣ, ਹਫ਼ਤਾ 10 ਦਿਨ ਕੋਸ਼ਿਸ਼ ਕਰੂੰਗਾ ਮੈਂ 15-20 ਮਿੰਟ ਜਾਂ ਅੱਧਾ ਘੰਟਾ ਰੋਜ਼ ਆਪਾਂ ਵਿਚਾਰਾਂ ਕਰ ਲਿਆ ਕਰੀਏ। ਤੁਹਾਡੇ ਕੁਐਸਚਨ ਆਨਸਰ ਜਿਹੜੇ ਹੋਣਗੇ ਉਹਨਾਂ ਦੀ ਸਾਂਝ ਕਰ ਲਿਆ ਕਰਾਂਗੇ, ਜਾਂ ਥੋੜ੍ਹੀ ਬਹੁਤੀ ਲੜੀ ਅੱਗੇ ਤੋਰ ਲਿਆ ਕਰਾਂਗੇ। ਸੋ ਇਹ ਸੀ ਬਾਬਾ ਜੀ ਦੀ ਮਹਾਨ ਸ਼ਹਾਦਤ। ਦਿਲੋਂ ਫਤਿਹ ਹੈ ਉਹਨਾਂ ਯੋਧਿਆਂ ਨੂੰ, ਉਹਨਾਂ ਦੇ ਚਰਨਾਂ 'ਚ ਨਮਸਕਾਰਾਂ ਨੇ। ਗੁਰੂ ਕੀ ਚੜ੍ਹਦੀ ਕਲਾ, ਉਹ ਹਮੇਸ਼ਾ ਸਾਡੇ ਦਿਲਾਂ ਵਿੱਚ ਵਸਦੇ ਰਹਿਣਗੇ, ਹਮੇਸ਼ਾ ਵਸਦੇ ਰਹਿਣਗੇ। ਕਦੇ ਉਹਨਾਂ ਨੂੰ ਕੱਢਿਆ ਨਹੀਂ ਜਾ ਸਕਦਾ। ਇਤਿਹਾਸ ਉਹਨਾਂ ਸੁਨਹਿਰੀ ਪੰਨਿਆਂ 'ਤੇ ਇੱਕ ਦਿਨ ਲਿਖਿਆ ਜਾਊਗਾ ਜਿਹਦੇ ਇਹ ਹੱਕਦਾਰ ਨੇ। ਸੋ ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਚੁੱਕਾਂ ਹੋ ਜਾਂਦੀਆਂ ਨੇ, ਕਿਉਂਕਿ ਇਤਿਹਾਸ ਹਾਲੇ ਤੱਕ ਸਾਡੇ ਕੋਲੇ ਉਨੇ ਵਧੀਆ ਢੰਗ ਨਾਲ ਨਹੀਂ ਪਹੁੰਚਿਆ ਕਿ ਕਿੱਥੋਂ ਅਸੀਂ ਇਹਨੂੰ ਸਮਝੀਏ। ਆਪੋ ਆਪਣੀ ਬੁੱਧੀ ਅਨੁਸਾਰ ਜਿੰਨਾ ਕੁ ਸਮਝ ਆਉਂਦੀ ਹੈ, ਜਿੰਨਾ ਕੁ ਸਾਨੂੰ ਮਿਲਦਾ ਹੈ, ਉਹਨੂੰ ਪੜ੍ਹ ਕੇ ਤੁਹਾਡੇ ਰੂਬਰੂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸੋ ਕਰਦੇ ਰਹਾਂਗੇ। ਇੰਨੀ ਕੁ ਸੇਵਾ ਪ੍ਰਵਾਨ ਕਰਨੀ। ਬੇਅੰਤ ਭੁੱਲਾਂ ਚੁੱਕਾਂ ਗੁਸਤਾਖੀਆਂ ਹੋ ਜਾਂਦੀਆਂ ਨੇ। ਸਮਾਂ ਇਹੀ ਰਹੂਗਾ ਜੀ, ਉਹ ਇੱਕੋ ਵਾਰੀ ਚੇਂਜ ਹੋਇਆ ਸੀ। ਅੱਗੇ ਨੂੰ ਆਪਾਂ ਜਿਹੜਾ ਟਾਈਮ ਆਪਣਾ ਹੈਗਾ, ਮੇਬੀ ਤੁਹਾਡਾ 8:30 ਵਜੇ ਦਾ ਹੀ ਹੈ ਉੱਥੋਂ ਦਾ, ਅਤੇ ਇੱਥੋਂ ਦਾ 11 ਵਜੇ ਦਾ, ਮਤਲਬ ਕੈਨੇਡਾ ਦਾ 11 ਵਜੇ ਦਾ, ਪੰਜਾਬ ਦਾ 8:30 ਵਜੇ ਦਾ। ਇਹੀ ਟਾਈਮ ਆਪਾਂ ਕੱਲ੍ਹ ਨੂੰ ਫੇਰ ਤੁਹਾਡੇ ਚਰਨਾਂ ਵਿੱਚ ਹਾਜ਼ਰ ਹੁੰਦੇ ਹਾਂ। ਤੁਹਾਡੇ ਸੁਝਾਵਾਂ, ਤੁਹਾਡੇ ਪਿਆਰ ਦਾ ਰਿਣੀ ਤੁਸੀਂ ਸ਼ੇਅਰ ਕਰਦੇ ਹੋ। ਬਹੁਤ ਖੁਸ਼ੀ ਹੈ ਮੇਰੇ ਵਰਗੇ ਅਣਜਾਣ ਬੰਦੇ ਨੂੰ ਤੁਸੀਂ ਵੱਖੋ ਵੱਖ ਗਰੁੱਪਾਂ 'ਚ ਭੇਜਦੇ ਹੋ। ਦਿਲੋਂ ਸ਼ੁਕਰੀਆ ਤੁਹਾਡਾ ਟਾਈਮ ਕੱਢਣ ਦਾ, ਕਿਉਂਕਿ ਸਮਾਂ ਵੀ ਅੱਜ ਕੱਲ੍ਹ ਕਿਹਦੇ ਕੋਲ ਹੈ। ਸੋ ਦਿਲੋਂ ਸ਼ੁਕਰੀਆ। ਤੁਹਾਡਾ ਪਿਆਰ ਹੈ ਜੋ ਇਤਿਹਾਸ ਦੇ ਨਾਲ, ਉਹ ਬਣਿਆ ਰਹੇ। ਗੁਰੂ ਦੀਆਂ ਖੁਸ਼ੀਆਂ ਮਿਲਦੀਆਂ ਰਹਿਣ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।